ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ ਆਪਾਂ ਸ੍ਰੀ ਗੁਰੂ ਪੰਥ ਪ੍ਰਕਾਸ਼ ਵਿੱਚੋਂ 94 ਪ੍ਰਸੰਗਾਂ ਦੀ ਕਥਾ ਸੁਣ ਰਹੇ ਹਾਂ। ਕਿਉਂਕਿ ਜੇ ਪੰਥ ਪ੍ਰਕਾਸ਼ ਦੀ ਪੂਰੀ ਕਥਾ 1 ਘੰਟਾ ਰੋਜ਼ ਹੋਵੇ ਤਾਂ ਲਗਭਗ 6 ਮਹੀਨੇ ਕਥਾ ਚੱਲਦੀ ਹੈ। ਇਹਦੇ ਵਿੱਚੋਂ 94 ਪ੍ਰਸੰਗ ਸਾਂਝੇ ਕਰਨ ਦਾ ਹੁਕਮ ਹੋਇਆ ਸੀ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਸਾਡੇ ਬਜ਼ੁਰਗਾਂ ਨੇ 18ਵੀਂ ਸਦੀ ਦੇ ਵਿੱਚ ਕਿੱਡੀਆਂ ਭਾਰੀਆਂ ਮਹਾਨ ਸ਼ਹਾਦਤਾਂ ਦਿੱਤੀਆਂ, ਕੁਰਬਾਨੀਆਂ ਕੀਤੀਆਂ, ਜਿਹਦੇ ਸਦਕਾ ਅੱਜ ਦੇਸ਼ਾਂ ਪ੍ਰਦੇਸ਼ਾਂ ਵਿੱਚ ਖਾਲਸੇ ਦੇ ਨਿਸ਼ਾਨ ਝੂਲ ਰਹੇ ਨੇ ਔਰ ਸਿੰਘਾਂ ਦੇ ਸਿਰਾਂ ਤੇ ਦਸਤਾਰਾਂ ਸੋਭਦੀਆਂ ਨੇ। ਸੋ ਖਾਲਸਾ ਜੀ ਬਾਬੇ ਬੰਦੇ ਬਹਾਦਰ ਨੇ ਕਲਗੀਧਰ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਦੇ ਨਾਲ 10 ਮਈ 1710 ਨੂੰ ਸਰਹੰਦ ਫਤਿਹ ਕਰ ਲਿਆ। ਸਰਹੰਦ ਨੂੰ ਫਤਿਹ ਕਰਨ ਤੋਂ ਬਾਅਦ ਬਾਬਾ ਜੀ ਨੇ ਆਪਣੀ ਰਾਜਧਾਨੀ ਮੁਖਲਿਸਗੜ੍ਹ ਨੂੰ ਬਣਾਇਆ। ਇਹ ਮੁਖਲਿਸਗੜ੍ਹ ਕਿਸੇ ਮੁਸਲਮਾਨ ਜਰਨੈਲ ਦੇ ਨਾਂ ਤੇ ਵਸਿਆ ਹੋਇਆ ਪੁਰਾਣਾ ਕਿਲਾ ਸੀ, ਜੋ ਸਢੌਰੇ ਤੋਂ 18 ਕਿਲੋਮੀਟਰ ਦੀ ਦੂਰੀ ਤੇ ਹੈ। ਅੰਬਾਲੇ ਤੋਂ ਲਗਭਗ 70 ਕਿਲੋਮੀਟਰ ਪੈਂਦਾ ਹੈ। ਇਹ ਪਹਾੜਾਂ ਦੇ ਵਿੱਚ ਕਪਾਲ ਮੋਚਨ ਤੋਂ ਵੀ 18 ਕਿਲੋਮੀਟਰ ਹੈ, ਸਢੌਰੇ ਤੋਂ ਵੀ 18 ਕਿਲੋਮੀਟਰ ਹੈ ਔਰ ਉੱਥੇ ਅੱਜ ਦੇ ਸਮੇਂ ਵਿੱਚ ਉਸ ਕਿਲੇ ਦੀਆਂ ਸਿਰਫ ਨੀਹਾਂ ਬਾਕੀ ਹਨ। ਇੱਕ ਨਿਹੰਗ ਸਿੰਘ ਬਾਬਾ ਜੈਮਲ ਸਿੰਘ ਜੀ 50 ਸਾਲ ਤੋਂ ਉਹਨਾਂ ਨੀਹਾਂ ਦੀ ਸੰਭਾਲ ਕਰ ਰਹੇ, ਨਿਸ਼ਾਨ ਸਾਹਿਬ ਲਾ ਕੇ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਚਾਰ ਕੀਤਾ ਹੈ ਕਿ ਉੱਥੇ ਖਾਲਸੇ ਦੀ ਉਹ ਪੁਰਾਣੀ ਯਾਦਗਾਰ ਬਣਾਈ ਜਾਵੇ, ਪਰ ਅਜੇ ਤੱਕ ਉਹ ਸਥਾਨ ਜਿਹੜਾ ਹੈ ਉਹ ਬੜੀ ਮਸਤਾਨੀ ਹਾਲਤ ਵਿੱਚ ਹੈ। ਇੱਥੇ ਬਾਬਾ ਜੀ ਨੇ ਰਾਜਧਾਨੀ ਕਿਉਂ ਬਣਾਈ ਸੀ? ਕਿਉਂਕਿ ਸਰਹੰਦ ਜਿਹੜਾ ਸੀ ਉਹ ਜੀਟੀ ਰੋਡ ਦੇ ਉੱਤੇ ਸੀ। ਦੁਸ਼ਮਣ ਦਾ ਹਮਲਾ ਕਿਸੇ ਵੇਲੇ ਹੋ ਜਾਵੇ ਤੇ ਰਾਜਧਾਨੀ ਨੂੰ ਖਤਰਾ ਛੇਤੀ ਹੋਵੇ ਤਾਂ ਬਹੁਤ ਔਖਾ ਹੁੰਦਾ। ਰਾਜੇ ਨੂੰ ਉਸ ਜਗ੍ਹਾ ਤੇ ਰਹਿਣਾ ਚਾਹੀਦਾ ਹੈ ਜਿੱਥੇ ਦੁਸ਼ਮਣ ਔਖਾ ਅੱਪੜ ਸਕੇ। ਲੋਹਗੜ੍ਹ ਦੀ ਜਿਹੜੀ ਜਗ੍ਹਾ ਹੈ ਉਹਦੇ ਥੱਲਿਓਂ ਇੱਕ ਨਦੀ ਵਗਦੀ ਹੈ, ਪਿੱਛੇ ਪਹਾੜੀਆਂ ਨੇ, ਉੱਥੇ ਅੱਪੜਨਾ ਬਹੁਤ ਮੁਸ਼ਕਲ ਹੈ। ਅਜੇ ਵੀ ਉਹਦੇ ਜਿਹੜੇ ਮੋਰਚੇ ਹਨ, ਖੰਡਰ ਹਨ, ਉਹਨਾਂ ਦੀਆਂ ਨਿਸ਼ਾਨੀਆਂ ਨਜ਼ਰ ਆਉਂਦੀਆਂ। ਦਾਸ ਨੇ ਕਈ ਵਾਰ ਜਾ ਕੇ ਉੱਥੇ ਦਰਸ਼ਨ ਕੀਤੇ ਲੋਹਗੜ੍ਹ ਦੇ ਕਿਲੇ ਤੇ। ਸੋ ਖਾਲਸਾ ਜੀ ਬਾਬਾ ਜੀ ਨੇ 8 ਸਾਲ ਦੇ ਸਮੇਂ ਵਿੱਚ ਬਹੁਤ ਕੁਝ ਕੀਤਾ। ਕਿੱਥੇ ਕਲਾਨੌਰ ਗੁਰਦਾਸਪੁਰ ਦਾ ਇਲਾਕਾ, ਉਧਰ ਫਤਿਹ ਪਾਈ, ਲਾਹੌਰ ਦਾ ਆਲਾ ਦੁਆਲਾ ਸਾਰਾ ਕਬਜ਼ੇ ਕੀਤਾ, ਸਹਾਰਨਪੁਰ ਦਾ ਇਲਾਕਾ ਕਬਜ਼ੇ ਕੀਤਾ। ਯਾਨੀ ਕਿ ਲਗਭਗ ਜੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਤੋਂ ਪਹਿਲਾਂ ਦਾ ਰਾਜ ਸਿੱਖਾਂ ਦਾ ਦੇਖੀਏ ਤੇ ਬਾਬੇ ਬੰਦੇ ਬਹਾਦਰ ਨੇ ਬਹੁਤ ਵੱਡਾ ਰਾਜ ਪਹਿਲੀ ਵਾਰੀ ਕਾਇਮ ਕੀਤਾ, ਜਿਹਦੇ ਵਿੱਚ ਬਹੁਤ ਲੰਮਾ ਏਰੀਆ, ਅੱਜ ਦਾ ਸਮਝੋ ਸਾਰਾ ਹਰਿਆਣਾ ਹੀ ਆ ਗਿਆ ਤੇ ਪੰਜਾਬ ਵੀ ਜਿਹੜਾ ਹੈ ਉੱਤਰੀ ਪੰਜਾਬ ਸਾਰਾ ਹੀ ਆ ਗਿਆ। ਲੁਧਿਆਣੇ ਤੋਂ ਲੈ ਕੇ ਜਲੰਧਰ ਦਾ ਇਲਾਕਾ, ਗੁਰਦਾਸਪੁਰ ਦਾ ਇਲਾਕਾ, ਹੁਸ਼ਿਆਰਪੁਰ ਦਾ ਇਲਾਕਾ, ਕਲਾਨੌਰ ਤੱਕ ਗੁਰਦਾਸਪੁਰ, ਇਹ ਸਾਰਾ ਬਾਬਾ ਜੀ ਦੇ ਕਬਜ਼ੇ 'ਚ ਆ ਗਿਆ। ਤੇ ਪਹਾੜ ਦੀਆਂ ਜਿੰਨੀਆਂ ਰਿਆਸਤਾਂ ਸਨ 22 ਧਾਰ ਦੀਆਂ ਹਿੰਦੂ ਰਾਜਿਆਂ ਦੀਆਂ, ਜਿਹੜੀਆਂ 10ਵੇਂ ਪਾਤਸ਼ਾਹ ਜੀ ਨਾਲ ਖਹਿੰਦੀਆਂ ਰਹਿੰਦੀਆਂ ਸਨ, ਉਹਨਾਂ ਰਿਆਸਤਾਂ ਨੂੰ ਵੀ ਬਾਬਾ ਜੀ ਨੇ ਕਬਜ਼ੇ ਕਰਕੇ ਨਜ਼ਰਾਨੇ ਉੱਥੋਂ ਲਏ। ਮੰਡੀ ਦੇ ਰਾਜੇ ਨੇ ਅਤੇ ਚੰਬੇ ਦੇ ਰਾਜੇ ਨੇ ਆਪਣੀਆਂ ਬੇਟੀਆਂ ਵੀ ਬਾਬਾ ਜੀ ਨੂੰ ਭੇਟਾ ਕੀਤੀਆਂ, ਜੋ ਬਾਬਾ ਜੀ ਦੀਆਂ 2 ਸ਼ਾਦੀਆਂ ਹੋਈਆਂ ਪਹਾੜ ਵਿੱਚ ਹੀ ਹੋਈਆਂ, ਬਾਬਾ ਬੰਦਾ ਸਿੰਘ ਬਹਾਦਰ ਦੀਆਂ। ਸੋ ਖਾਲਸਾ ਜੀ ਇੱਦਾਂ ਸਿੰਘਾਂ ਦਾ ਰਾਜ ਬਣਿਆ ਵੀ ਔਰ ਬਹੁਤ ਛੇਤੀ ਹੀ, ਕਿਉਂਕਿ ਸਤਿਗੁਰਾਂ ਦੇ ਕੁਝ ਬਚਨ ਸਨ, ਉਹ ਬਚਨ ਪੂਰੇ ਹੋਣੇ ਸਨ। ਭਾਣਾ ਵਰਤ ਗਿਆ ਕਿ ਖਾਲਸੇ ਦੇ ਵਿੱਚ ਥੋੜ੍ਹੀ ਫੁੱਟ ਪੈ ਗਈ। ਬਾਬਾ ਵਿਨੋਦ ਸਿੰਘ ਜੀ ਤੇ ਬਾਬਾ ਬੰਦਾ ਸਿੰਘ ਜੀ ਦੇ ਵਿਚਾਰ ਨਹੀਂ ਮਿਲੇ। ਇਹ ਬਹੁਤ ਲੰਮਾ ਵਿਸ਼ਾ ਹੈ। ਆਪਸ ਵਿੱਚ ਸਿੰਘਾਂ ਦੇ 2 ਫਾੜ ਹੋਣ ਤੋਂ ਬਾਅਦ ਗੁਰਦਾਸ ਗੜੀ ਨੰਗਲ ਦੀ ਗੜੀ ਵਿੱਚੋਂ ਬਾਬਾ ਵਿਨੋਦ ਸਿੰਘ ਜੀ ਬਾਹਰ ਆ ਗਏ
ਔਰ ਬੰਦਾ ਸਿੰਘ ਅੰਦਰ ਰਹਿ ਗਿਆ। 200-250 ਸਿੰਘ ਹੀ ਬਚੇ ਸਨ, ਬਾਕੀ ਸਭ ਭੁੱਖ ਕਰਕੇ ਸ਼ਹੀਦ ਹੋ ਚੁੱਕੇ ਸਨ। 8 ਮਹੀਨੇ ਉੱਥੇ ਘੇਰਾ ਪਿਆ ਰਿਹਾ। ਬਾਦਸ਼ਾਹ ਫਰਖਸ਼ੀਰ ਦਾ ਹੁਕਮ ਸੀ ਬੰਦਾ ਸਿੰਘ ਨੂੰ ਜਿਉਂਦਾ ਫੜ ਕੇ ਲਿਆਂਦਾ ਜਾਵੇ। ਬੜੀ ਗਹਿ ਚ ਲੜਾਈਆਂ ਹੁੰਦੀਆਂ ਰਹੀਆਂ ਗੁਰਦਾਸ ਨੰਗਲ ਦੀ ਗੜੀ ਵਿੱਚ। ਉਸ ਗੜੀ ਵਿੱਚੋਂ ਬਾਬਾ ਜੀ ਨੂੰ ਇਹ ਕਹਿ ਕੇ ਵੀ ਤੁਸੀਂ ਜੇ ਦਰਵਾਜ਼ਾ ਖੋਲ ਦਿਓਗੇ ਅਸੀਂ ਤੁਹਾਨੂੰ ਕੁਝ ਨਹੀਂ ਕਵਾਂਗੇ, ਕਸਮਾਂ ਪਾ ਕੇ ਕੁਰਾਨ ਦੀਆਂ ਝੂਠੀਆਂ। ਅਬਦੁਲ ਸ਼ਮੁੰਦ ਖਾਨ ਜਿਹੜਾ ਜ਼ਕਰੀਆ ਖਾਨ ਦਾ ਪਿਓ ਸੀ, ਲਾਹੌਰ ਦਾ ਸੂਬੇਦਾਰ, ਉਹਦਾ ਪੁੱਤਰ ਜ਼ਕਰੀਆ ਖਾਨ ਹੋਇਆ, ਜਿਹਨੇ ਬਾਅਦ ਚ ਸਿੰਘਾਂ ਦੇ ਬੜੇ ਜ਼ੁਲਮ ਕੀਤੇ। 22 ਸਾਲ ਜ਼ਕਰੀਆ ਰਿਹਾ ਹੈ, ਉਸ ਤੋਂ ਪਹਿਲਾਂ ਕਈ ਸਾਲ ਅਬਦੁਲ ਸ਼ਮੁੰਦ ਖਾਨ ਰਿਹਾ। ਅਬਦੁਲ ਸ਼ਮੁੰਦ ਖਾਨ ਦੇ ਸਮੇਂ ਬਾਬਾ ਬੰਦਾ ਸਿੰਘ ਜੀ ਨੂੰ ਜ਼ਕਰੀਆ ਖਾਨ ਤੇ ਉਹਦੇ ਪਿਓ ਅਬਦੁਲ ਸ਼ਮੁੰਦ ਖਾਨ ਨੇ ਗ੍ਰਿਫਤਾਰ ਕੀਤਾ ਔਰ ਉਹ ਨਾਲ ਦੇ ਸਿੰਘਾਂ ਨੂੰ ਬੜੀ ਬੇਰਹਿਮੀ ਨਾਲ ਕਤਲ ਵੀ ਕੀਤਾ ਤੇ ਹੱਥਕੜੀਆਂ ਬੇੜੀਆਂ ਪਾ ਕੇ ਪਹਿਲਾਂ ਲਾਹੌਰ ਲਿਆਂਦਾ, ਫਿਰ ਦਿੱਲੀ ਨੂੰ ਤੋਰ ਦਿੱਤਾ। ਕਹਿੰਦੇ ਆ ਉਸ ਵੇਲੇ ਜੋ ਸਮਾਨ ਕਿਲੇ ਚੋਂ ਲੱਭਿਆ ਸੀ ਉਹਦੀ ਲਿਸਟ ਵੀ ਪਹੁੰਚੀ ਸਰਕਾਰ ਦੇ ਕੋਲ। ਉਹਦੇ ਵਿੱਚ ਲਿਖਿਆ ਸੀ ਵੀ 1000 ਤਲਵਾਰ, 278 ਢਾਲਾਂ, ਕੁਝ ਬੰਦੂਕਾਂ, ਕੁਝ ਬਰਛੇ, ਇੰਨਾ ਕੁ ਅਸਲਾ ਮਿਲਿਆ ਹੈ। ਇਸ ਤੋਂ ਸਾਬਤ ਹੁੰਦਾ ਵੀ ਬਹੁਤਾ ਅਸਲਾ ਸਿੰਘਾਂ ਕੋਲ ਨਹੀਂ ਸੀ। ਥੋੜੇ ਜਿਹੇ ਅਸਲੇ ਨਾਲ ਹੀ ਬਾਦਸ਼ਾਹ ਫਰਖਸ਼ੀਰ ਦੀ ਵੱਡੀ ਤਾਕਤ ਨਾਲ ਲੜਦੇ ਰਹੇ ਔਰ ਉਹ ਸਿੰਘ ਭੁੱਖੇ ਭਾਣੇ ਬੇਵੱਸ ਹੋ ਕੇ, ਲਾਚਾਰ ਹੋ ਕੇ ਦੁਸ਼ਮਣ ਦੇ ਕਾਬੂ ਆ ਗਏ। ਜੇ ਉਹ ਗੁਰਦਾਸ ਗੜੀ ਦੇ ਨੰਗਲ ਦੇ ਦੁਖੜੇ ਸੁਣਾਉਣ ਲੱਗੀਏ ਤਾਂ ਖਾਲਸਾ ਜੀ ਇੱਕ ਵੱਖਰਾ ਹੀ ਇਤਿਹਾਸ ਹੈ। ਉਹ ਵੀ ਕਹਿੰਦੇ ਇੰਨੀ ਭੁੱਖ ਸੀ ਵੀ ਕਈ ਵਾਰੀ ਪੂਰਨਮਾਸ਼ੀ ਦੀ ਰਾਤ ਨੂੰ ਚੰਨ ਚੜ੍ਹਿਆ ਹੁੰਦਾ ਸੀ ਨਾ ਆਕਾਸ਼ ਵਿੱਚ, ਤੇ ਸਿੰਘਾਂ ਨੂੰ ਇੰਝ ਲੱਗਦਾ ਸੀ ਜਿਵੇਂ ਰੋਟੀ ਹੈ ਤੇ ਫੜ ਲਈਏ, ਯਾਨੀ ਰੋਟੀ ਖਾਦਿਆਂ ਨੂੰ ਕਈ ਮਹੀਨੇ ਹੋ ਗਏ ਸਨ। ਐਸੀ ਹਾਲਤ ਵਿੱਚ ਬੇਬਸੀ ਵਿੱਚ ਸਿੰਘਾਂ ਨੂੰ ਗ੍ਰਿਫਤਾਰ ਕੀਤਾ, ਦਿੱਲੀ ਨੂੰ ਲੈ ਤੁਰੇ ਨੇ ਗੱਡਿਆਂ ਤੇ ਬੰਨ੍ਹ ਕੇ। ਪਰ ਉਹ ਸਿੰਘ ਫਿਰ ਵੀ ਜਾਂਦੇ, ਬਾਣੀ ਪੜ੍ਹਦੇ ਐ, ਬੈਰਾਗਮਈ ਗੁਰੂ ਤੇਗ ਬਹਾਦਰ ਸਾਹਿਬ ਦੇ ਸਲੋਕ ਪੜ੍ਹਦੇ ਐ ਤੇ ਜਕਾਰੇ ਗਜਾਉਂਦੇ ਐ। ਉਹਨਾਂ ਦੇ ਅੰਦਰ ਸ਼ਹੀਦੀ ਪਾਉਣ ਦਾ ਸ਼ੌਂਕ ਹੈ। ਰਸਤੇ ਵਿੱਚੋਂ, ਪਿੰਡਾਂ ਚੋਂ, ਸ਼ਹਿਰਾਂ ਚੋਂ ਬੇਅੰਤ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਗਿਆ। ਲਗਭਗ 744 ਸਿੰਘ ਜਿਉਂਦੇ, 3000 ਸਿੰਘਾਂ ਦੇ ਸਿਰ ਬਰਛਿਆਂ ਤੇ ਟੰਗ ਕੇ ਦਿੱਲੀ ਨੂੰ ਤੁਰ ਪਏ ਐ। ਉਹ ਕਥਾ ਸੁਣੋ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਤਉ ਭੀ ਗੱਡਿਆਨ ਪਰ ਬੰਦੇ, ਦੀਨੋ ਰਿਜਕ ਲਗਾਏ। ਭਾਵੇਂ ਸਿੰਘ ਬਹੁਤ ਭੁੱਖੇ ਸਨ ਪਰ ਫਿਰ ਵੀ ਹੌਸਲਾ ਬੁਲੰਦ ਸੀ ਤੇ ਗੁਰੂ ਪਰਮੇਸ਼ਰ ਐਸੀ ਬਿਧ ਬਣਾਉਂਦਾ ਸੀ। ਗੱਡਿਆਂ ਤੇ ਬੈਠੇ ਹੀ ਕੱਚਾ ਪੱਕਾ ਅੰਨ ਮਿਲਦਾ ਸੀ, ਸਿੰਘ ਛਕਦੇ ਸੀ। ਭੁੰਨਾ ਕੱਚਾ ਜਿਮ ਬਣੈ, ਤਿਮ ਸਿੱਖ ਲੇਵੈ ਖਾਏ। ਕੱਚਾ ਭੁੰਨਿਆ ਜਿਹੋ ਜਿਹਾ ਮਿਲੇ ਖਾ ਕੇ ਪੇਟ ਭਰਦੇ ਤੇ ਬਾਣੀ ਪੜ੍ਹਦੇ ਜਾ ਰਹੇ ਸਨ। ਚਾਉ ਪਈ ਸਭ ਹੀ ਪਕੜੇ ਸਾਥੇ ਜਾਏ। ਸਾਰੇ ਨਾਲ ਫੜੇ ਜਾ ਰਹੇ ਨੇ, ਹੱਥ ਕੜੀਆਂ ਬੇੜੀਆਂ 'ਚ ਬੰਨੇ ਹੋਏ ਨੇ। ਪੜੈ ਬਾਣੀਆਂ ਨਹਿ ਸੰਕਾਹੇ। ਉਹ ਸਿੰਘ ਬਾਣੀਆਂ ਪੜ੍ਹਦੇ ਜਾ ਰਹੇ ਨੇ, ਸੰਗਦੇ ਨਹੀਂ। ਇਕਤ ਹੱਥ ਤੇ ਰਬਾਬ ਵਜਾਵੈ। ਕਹਿੰਦੇ ਇੱਕੋ ਹੱਥ ਨਾਲ ਆਪਣਾ ਸਾਜ਼ ਰਬਾਬ ਆਦਿਕ ਵਜਾ ਲੈਂਦੇ ਨੇ। ਸ਼ਸਤਰ ਗਿਰੇ ਉਨ ਚੁੱਕੇ ਨਾ ਜਾਵੈ। ਇੰਨੇ ਕਮਜ਼ੋਰ ਹੋ ਚੁੱਕੇ ਸੀ ਵੀ ਡਿੱਗੇ ਹੋਈ ਤਲਵਾਰ ਉਹਨਾਂ ਕੋਲੋਂ ਚੁੱਕੀ ਨਹੀਂ ਸੀ ਜਾ ਸਕਦੀ। ਭੁੱਖ ਨਾਲ ਉਹ ਬੇਹਾਲ ਹੋਏ ਪਏ ਸਨ। ਸ਼ਬਦ ਪੜੈ ਜੋ ਮਰਨੇ ਵਾਰੇ। ਔਰ ਸ਼ਬਦ ਇਹੋ ਜਿਹੇ ਪੜ੍ਹਦੇ ਸੀ ਜਿਨ੍ਹਾਂ ਨੂੰ ਪੜ੍ਹ ਕੇ ਮੌਤ ਦਾ ਡਰ ਦੂਰ ਹੋ ਜਾਵੇ। ਮੋਏ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੇ ਦੁਆਰ। मत हर पूछे कौन है, परा हमारे बार। मरता मरता जग मुआ, मर बिन जाने कोय। ऐसी मरनी जो मरै, बौर न मरना होए। ਇਦਾਂ ਦੇ ਸ਼ਬਦ ਸਿੰਘ ਪੜ੍ਹਦੇ ਜਾ ਰਹੇ ਸਨ। ਜੀਵਨ ਝੂਠੋ ਸ਼ਬਦ ਉਚਾਰੇ। ਇਹ ਸ਼ਬਦ ਪੜ੍ਹਦੇ ਸਨ ਵੀ ਜੀਵਨ ਦਾ ਮੇਲਾ 4 ਦਿਨਾਂ ਦਾ ਹੈ, ਇੱਕ ਦਿਨ ਤੇ ਮਰਨਾ ਹੀ ਮਰਨਾ ਹੈ। ਸਾਧੋ ਯਹ ਮੁਰਦਨ ਕੋ ਗਾਊ। ਇਹ ਸ਼ਬਦ ਪੜ੍ਹਦੇ ਸੀ, ਸਾਧੋ ਇਹ ਤਨ ਮਿਥਿਆ ਜਾਨੋ, ਜਾਂ ਭੀਤਰ ਜੋ ਰਾਮ ਬਸਤ ਹੈ, ਸਾਚੋ ਤਾਹੇ ਪਛਾਨੋ। ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ।
ਇਹ ਸਰੀਰ ਤੇ ਝੂਠਾ ਹੈ, ਪਰ ਇਸ ਸਰੀਰ ਵਿੱਚ ਰਹਿਣ ਵਾਲਾ ਰਾਮ ਸੱਚਾ ਹੈ। ਇਹਦੇ ਵਿੱਚ ਜਿਹੜੀ ਉਹ ਜੋਤ ਹੈ ਪ੍ਰਮਾਤਮਾ ਦੀ, ਉਹ ਸੱਚੀ ਹੈ। ਐਸਾ ਸਿੰਘ ਸ਼ਬਦ ਪੜ੍ਹਦੇ ਸਨ। ਯਾ ਜਗ ਮੈਂ ਕੋ ਰਹਿਣ ਨਾ ਪਾਊ, ਇਹ ਜਗ ਮੈਂ ਕੋਈ ਰਹਿਣ ਨਾ ਪਾਵਤ, ਇਸ ਸੰਸਾਰ ਵਿੱਚ ਕੋਈ ਰਹਿਣਾ ਨਹੀਂ, ਇਦਾਂ ਦੇ ਸ਼ਬਦ ਪੜ੍ਹਦੇ ਸਨ। ਸਿਦਕ ਸਬੂਰੀ ਜਿਸ ਪੈ ਰਹੀ, ਜਿਹਦੇ ਕੋਲ ਸਿਦਕ ਸਬੂਰੀ ਰਹੇਗੀ, ਭਾਣਾ ਮੰਨੇਗਾ ਜਿਹੜਾ, ਸੱਚ ਮਜੂਰੀ ਤਿਸੈ ਕਮਈ, ਉਹਨੂੰ ਸੱਚੀ ਮਜੂਰੀ ਦਰਗਾਹ ਤੋਂ ਮਿਲੇਗੀ। ਇਮ ਕਰ ਦੁਖ ਕੋ ਸੁਖ ਕਰ ਮਾਨਾ, ਏਦਾਂ ਉਹ ਸਿੰਘਾਂ ਨੇ ਦੁੱਖ ਨੂੰ ਵੀ ਸੁੱਖ ਮੰਨ ਲਿਆ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਹਾਂਜੀ, ਜੀਵਨ ਤਜ ਬਹਿ ਮਰਨ ਮਨ ਠਾਨਾ, ਜੀਵਨ ਦੀ ਆਸ ਲਾ ਕੇ ਮਰਨਾ ਕਬੂਲ ਕਰ ਲਿਆ ਖਾਲਸੇ ਨੇ। ਸ਼ਬਦਨ ਪੜੈ ਕਰੈ ਅਰਦਾਸ, ਗੁਰਬਾਣੀ ਦੇ ਸ਼ਬਦ ਪੜ੍ਹਦੇ ਜਾ ਰਹੇ ਸੀ ਦਿੱਲੀ ਵੱਲ। ਦੁਸ਼ਟ ਤੁਰਕਨ ਕੋ ਆਖੈ ਨਾਸ, ਔਰ ਇਹ ਕਹਿੰਦੇ ਸੀ ਇੱਕ ਦਿਨ ਆਏਗਾ, ਇਹਨਾਂ ਜ਼ਾਲਮਾਂ ਦਾ ਨਾਸ ਹੋ ਜਾਏਗਾ। ਜਹ ਜਹ ਖਾਲਸੇ ਹੋਏ ਪਰਗਾਸ, ਔਰ ਥਾਂ ਥਾਂ ਦੇ ਪੰਜਾਬ ਵਿੱਚ ਖਾਲਸੇ ਦਾ ਪ੍ਰਕਾਸ਼ ਹੋਵੇਗਾ, ਸਿੰਘਾਂ ਦੇ ਝੰਡੇ ਝੂਲਣਗੇ। ਖਾਲਸਾ ਨਿਬਾਹੋ ਹੁਆ ਹੈ ਕੇਸੀ ਸਾਸ, ਸਿੰਘਾਂ ਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਏਗੀ, ਇਹ ਕਹਿੰਦੇ ਸਨ ਉਹ ਸਿੰਘ। ਤੁਰਕ ਸੁਣੈ ਸੁਣ ਗੁੱਸਾ ਕਰੈ, ਔਰ ਤੁਰਕ ਸੁਣ ਕੇ ਗੁੱਸਾ ਕਰਦੇ ਸੀ ਵੀ ਇਹ ਸਾਨੂੰ ਗਾਲਾਂ ਕੱਢਦੇ ਆ, ਇਹ ਸਿੰਘ ਸਾਨੂੰ ਲਲਕਾਰੇ ਮਾਰਦੇ ਆ। ਸਿੰਘਾਂ ਦੇ ਜੈਕਾਰੇ ਸੁਣ ਕੇ ਤੁਰਕਾਂ ਨੂੰ ਗੁੱਸਾ ਚੜ੍ਹਦਾ ਸੀ। ਮਰਨ ਮੰਗੈ ਸਿੰਘ ਸੇ ਕਤ ਡਰੈ, ਪਰ ਸਿੰਘ ਕਿੱਥੇ ਡਰਦੇ ਸੀ ਉਹਨਾਂ ਦੇ ਗੁੱਸੇ ਤੋਂ, ਜਿਨ੍ਹਾਂ ਨੇ ਮੌਤ ਕਬੂਲ ਕਰ ਲਈ ਹੈ। ਮੌਤ ਮਰਨ ਕਰਿਓ ਸਿੰਘਨ ਪ੍ਰਵਾਨੇ, ਨਹਿ ਛੋੜੈ ਦੰਗੇ ਕੀ ਬਾਨੇ। ਖਾਲਸੇ ਦਾ ਤਾਂ ਸੁਭਾਅ ਹੀ ਹੈ, ਜਾਤ ਗੋਤ ਸਿੰਘਨ ਕੀ ਦੰਗਾ। ਉਹ ਕਦੋਂ ਡਰਨ ਵਾਲੇ ਸਨ। ਕਮਾਵੈ ਸਿਦਕ ਨਾ ਕਿਸਤੇ ਡਰਹੀ, ਕਿਸੇ ਤੋਂ ਡਰਦੇ ਨਹੀਂ ਸੀ, ਸਿਦਕੀ ਸਿੰਘ ਸਨ ਸਾਰੇ। ਏਕ ਆਸ ਪਰਮੇਸ਼ਰ ਕਰਹੀ, ਇੱਕ ਪਰਮਾਤਮਾ ਵਾਹਿਗੁਰੂ ਦੀ ਆਸ ਰੱਖਣ ਵਾਲੇ ਸਨ। ਦੋਹਰਾ ਢਿੱਗ ਸਰਹੰਦ ਡੇਰੋ ਪਇਓ, ਸਿੰਘ ਤੋਰੇ ਮੱਧ ਬਾਜ਼ਾਰ। ਸੋ ਖਾਲਸਾ ਜੀ ਬਾਬੇ ਬੰਦੇ ਬਹਾਦਰ ਨੂੰ ਅਤੇ ਉਹਦੇ ਸਾਥੀਆਂ ਨੂੰ ਉਸ ਸ਼ਹਿਰ ਸਰਹੰਦ ਵਿੱਚ ਲੈ ਆਏ, ਲਾਹੌਰ ਤੋਂ ਤੋਰ ਕੇ, ਜਿੱਥੇ ਕਦੀ ਬਾਬੇ ਸਰਹੰਦ ਫਤਿਹ ਕਰਕੇ ਨਿਸ਼ਾਨ ਸਾਹਿਬ ਚੁਲਾਏ ਸੀਗੇ। ਜਦੋਂ ਸਰਹੰਦ ਵਿੱਚ ਬਾਬਾ ਬੰਦਾ ਬਹਾਦਰ ਤੇ ਉਹਦੇ ਸਾਥੀ ਪਹੁੰਚੇ, ਜਿਨ ਕੇ ਸਿੰਘਨ ਘਰ ਲੁੱਟੇ, ਤਬ ਦੇਖ ਦੇਹ ਉਨ ਗਾਰ। ਜਿਨ੍ਹਾਂ ਦੇ ਘਰ ਕਦੀ ਖਾਲਸੇ ਨੇ ਲੁੱਟੇ ਸਨ, ਜਿਹਨਾਂ ਤੁਰਕਾਂ ਨੂੰ ਕਦੀ ਸਿੰਘਾਂ ਨੇ ਸੋਧਾ ਲਾਇਆ ਸੀ, ਅੱਜ 6 ਸਾਲ ਬਾਅਦ ਉਹਨਾਂ ਨੂੰ ਮੌਕਾ ਮਿਲ ਗਿਆ ਆਪਣਾ ਗੁੱਸਾ ਕੱਢਣ ਦਾ। ਉਹਨਾਂ ਨੇ ਸਿੰਘਾਂ ਨੂੰ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਚਾਓ ਪਈ ਸ਼ਬਦ ਪੜਤ ਸਿੰਘ ਜਾਹੇ ਬਾਜ਼ਾਰ, ਬਾਜ਼ਾਰ ਲਾਹੌਰ ਦੇ ਵਿੱਚ ਸਰਹੰਦ ਦੇ ਵਿੱਚੋਂ ਸਿੰਘਾਂ ਦਾ ਇੱਕ ਜਲੂਸ ਕੱਢਿਆ ਗਿਆ। ਉਹਦੇ ਵਿੱਚ ਲੋਕਾਂ ਨੂੰ ਦਿਖਾਇਆ ਗਿਆ ਵੀ ਆ ਉਹ ਲੋਕ ਨੇ ਜਿਨ੍ਹਾਂ ਨੇ ਤੁਹਾਨੂੰ ਬਰਬਾਦ ਕੀਤਾ ਸੀ, ਅਸੀਂ ਫੜ ਲਏ ਨੇ। ਤੇ ਲੋਕਾਂ ਨੇ ਫਿਰ ਸਿੰਘਾਂ ਦੇ ਉੱਤੇ ਪੱਥਰ ਮਾਰ ਮਾਰ ਕੇ ਆਪਣਾ ਗੁੱਸਾ ਠੰਡਾ ਕੀਤਾ। ਲੋਕ ਦੇਖ ਉਨ ਦੇਵੈ ਗਾਰ, ਲੋਕ ਸਿੰਘਾਂ ਨੂੰ ਗਾਲਾਂ ਕੱਢਦੇ ਨੇ ਵੀ ਤੁਸੀਂ ਸਾਡੇ ਘਰ ਲੁੱਟੇ ਸਨ। ਸਿੰਘਨ ਕਬ ਨਿਜ ਬਾਣ ਬਿਸਾਰੀ, ਪਰ ਸਿੰਘਾਂ ਨੇ ਆਪਣਾ ਸੁਭਾਅ ਕਦੋਂ ਛੱਡਣਾ ਹੈ? ਇਹ ਤਾਂ ਖੰਡੇ ਦੀ ਧਾਰ ਚੋਂ ਹੀ ਪੈਦਾ ਹੋਏ ਨੇ। ਇਹੋ ਜਿਹੀਆਂ ਗੱਲਾਂ ਦਾ ਇਹਨਾਂ ਤੇ ਕੀ ਅਸਰ ਹੈ? ਇੱਕ ਕੀ 100 ਸਿੰਘ ਦੇਵੈ ਗਾਰੀ, ਅੱਗੋਂ ਸਿੰਘ 100 ਸੁਣਾ ਦਿੰਦੇ ਨੇ। ਉਹ ਇੱਕ ਕੱਢਦੇ ਸਿੰਘ ਹੋਰ ਅੱਗੋਂ ਕਰੜੇ ਹੋ ਕੇ ਪੈਂਦੇ ਆ, ਕਹਿੰਦੇ ਕੋਈ ਗੱਲ ਨਹੀਂ, ਅੱਜ ਤੁਹਾਡੀ ਵਾਰੀ, ਕੱਲ ਫੇਰ ਆਵਾਂਗੇ। ਅਸੀਂ ਆਉਂਦੇ ਹੀ ਰਹਿਣਾ ਤੇ ਅਸੀਂ ਹਰ ਵਾਰੀ ਸਰਹੰਦ ਫਤਿਹ ਕਰਕੇ ਹੀ ਸਾਹ ਲਵਾਂਗੇ। ਫਿਰ ਸ਼ਹਿਰੀ ਫੜ ਢੀਮਨ ਡਹੇ, ਕਹਿੰਦੇ ਜਦੋਂ ਸਿੰਘ ਜਵਾਬ ਦਿੰਦੇ ਤੇ ਸ਼ਹਿਰਾਂ ਵਾਲਿਆਂ ਨੇ ਇੱਟਾਂ ਢੀਮਾਂ ਮਾਰਨੀ ਸ਼ੁਰੂ ਕਰ ਦਿੱਤੀਆਂ। ਹਮਰੇ ਘਰ ਤੁਮ ਲੂਟ ਸੋ ਲਏ, ਸਿੰਘ ਬਾਜ਼ਾਰ ਚੋਂ ਲੰਘੇ, ਹੱਥ ਕੜੀਆਂ ਲੱਗੀਆਂ, ਬੇੜੀਆਂ ਪਈਆਂ ਹੋਈਆਂ ਤੇ ਭੁੱਖੇ ਭਾਣੇ, ਹੱਡੀਆਂ ਦੀ ਮੁੱਠੀਆਂ ਰਹਿ ਗਏ ਸਿੰਘ। ਪਰ ਤੁਰਕਾਂ ਨੇ ਰੋੜੇ ਮਾਰ ਮਾਰ ਕੇ ਆਪਣਾ ਗੁੱਸਾ ਠੰਡਾ ਕੀਤਾ। ਸਿੰਘ ਕਹੈ ਹਮ ਅਬ ਕਬ ਟਲੈ, ਅੱਗੋਂ ਸਿੰਘ ਰੋੜੇ ਖਾ ਕੇ ਵੀ ਕਹਿੰਦੇ ਅਸੀਂ ਹੁਣ ਵੀ ਨਹੀਂ ਟਲਣਾ, ਅਸੀਂ ਫੇਰ ਆਵਾਂਗੇ, ਅਸੀਂ ਆਉਂਦੇ ਹੀ ਰਵਾਂਗੇ ਤੇ ਤੁਹਾਨੂੰ ਅਸੀਂ ਜਿੰਨਾ ਚਿਰ ਸਰਹੰਦ ਉੱਜੜ ਨਹੀਂ ਜਾਂਦੀ ਉਹਨਾਂ ਚਿਰ ਅਸੀਂ ਸਾਹ ਨਹੀਂ ਲਵਾਂਗੇ। ਡਿੱਗ ਪੜ ਗੱਡਿਆਂ ਤੇ ਭਏ ਖਲੇ, ਕਹਿੰਦੇ ਕਈ ਵਿਚਾਰੇ ਸਿੰਘ ਗੱਡਿਆਂ ਤੋਂ ਥੱਲੇ ਡਿੱਗ ਪੈਂਦੇ ਸੀਗੇ ਜਦੋਂ ਰੋੜੇ ਵੱਜਦੇ ਸੀਗੇ, ਤੇ ਉਸੇ ਤਰ੍ਹਾਂ ਹੀ ਹੱਥ ਕੜੀਆਂ ਤੇ ਬੇੜੀਆਂ ਨਾਲ ਖਲੋ ਕੇ ਫਿਰ ਬਹਿੰਦੇ ਸੀਗੇ। ਮਰਨ ਕੀਓ ਥੋ ਸਿੰਘਨ ਪਰਵਾਨ, ਉਸ ਵੇਲੇ ਖਾਲਸੇ ਨੇ ਮਰਨਾ ਪ੍ਰਵਾਨ ਕੀਤਾ ਹੋਇਆ ਸੀ, ਮੌਤ ਨੂੰ ਸਵੀਕਾਰ ਕੀਤਾ ਸੀ। ਨਹਿ ਸਿੰਘ ਛੱਡਤ ਦੰਗੇ ਕੀ ਬਾਣ, ਉਹ ਦੰਗੇ ਦੀ ਆਦਤ ਜਿਹੜੀ ਸੀ ਉਹ ਛੱਡਦੇ ਨਹੀਂ ਸਨ। ਮਰਨਾ ਤਾਂ ਹੈ ਹੀ ਹੈ, ਫਿਰ ਡਰਨਾ ਕਿਹੜੀ ਗੱਲ ਤੋਂ? ਜਦੋਂ ਬੰਦਾ ਮੌਤ ਦਾ ਡਰ ਲਾ ਦੇਵੇ ਫਿਰ ਕੋਈ ਡਰ ਨਹੀਂ ਰਹਿੰਦਾ।
ਹਾਂਜੀ। ਦੰਗਾ ਸਿੰਘਨ ਜਾਤ ਸੋ ਗੋਤ। ਜਾਤ ਗੋਤ ਸਿੰਘਨ ਕੀ ਦੰਗਾ, ਸਿੰਘਾਂ ਦਾ ਤਾਂ ਜਨਮ ਹੀ ਖੰਡੇ ਦੀ ਧਾਰ ਵਿੱਚੋਂ ਹੋਇਆ, ਸੂਰਬੀਰਾਂ ਦਾ ਇਹ ਪੰਥ ਹੈ। ਦੰਗਾ ਸਿੰਘਨ ਕੀ ਓਤ ਪੋਤ। ਖਾਲਸਾ ਦਾ ਦੰਗੇ ਵਿੱਚੋਂ ਹੀ ਪੈਦਾ ਹੋਇਆ, ਜਦੋਂ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਸਾਜਿਆ ਉਦੋਂ ਦਾ ਹੀ ਜੰਗਾਂ ਯੁੱਧਾਂ ਵਿੱਚ ਹੈ। ਬਿਨ ਦੰਗਿਓ ਸਿੰਘ ਗੁਜਰ ਕਬ ਹੋਏ। ਜਿਨ੍ਹਾਂ ਦਾ ਜਨਮ ਹੀ ਖੰਡੇ ਦੀ ਧਾਰ ਵਿੱਚੋਂ ਹੋਵੇ ਉਹਨਾਂ ਦਾ ਦੰਗੇ ਬਿਨਾਂ ਗੁਜ਼ਾਰਾ ਨਹੀਂ ਹੁੰਦਾ। ਕਰੈ ਦੰਗਾ ਜੋ ਸਿੰਘ ਭਏ ਸੋਏ। ਕਹਿੰਦੇ ਜਿਹੜਾ ਦੰਗਾ ਕਰੇਗਾ ਉਹੀ ਸਿੰਘ ਬਣੇਗਾ, ਜਿਹਨੇ ਦੰਗਾ ਹੀ ਨਹੀਂ ਕਰਨਾ ਉਹਨੇ ਸਿੰਘ ਕੀ ਬਣਨਾ ਹੈ। ਹਾਂਜੀ। ਸ਼ੇਰ ਬਗਿਆੜ ਆਓ ਬਹਿਰੀ ਬਾਜ। ਕਹਿੰਦੇ ਸ਼ੇਰ ਬਗਿਆੜ ਬਹਿਰੀ ਤੇ ਬਾਜ ਬਿਨ ਦੰਗਿਓ ਕਬ ਹੋਏ ਇਨ ਕਾਜ। ਇਹਨਾਂ ਦਾ ਦੰਗੇ ਬਿਨਾਂ ਗੁਜ਼ਾਰਾ ਨਹੀਂ ਹੁੰਦਾ। ਜੇ ਸ਼ੇਰ ਕਵੇ ਵੀ ਮੈਂ ਵੈਸ਼ਨੂ ਬਣ ਕੇ ਬੈਠਾ ਰਵਾਂ, ਉਹ ਪੇਟ ਕਿੱਥੋਂ ਭਰੇਗਾ? ਉਹ ਜੇ ਬਾਜ ਕਵੇ ਵੀ ਮੈਂ ਸ਼ਿਕਾਰ ਨਹੀਂ ਮਾਰਨਾ, ਉਹ ਕਿੱਥੋਂ ਭਰੇਗਾ? ਉਹਦਾ ਗੁਜ਼ਾਰਾ ਹੀ ਦੰਗੇ ਨਾਲ ਹੋਣਾ। ਦੋਹਰਾ ਹੁਤੀ ਸੀਰਨੀ ਜਿਹ ਹਟੀ। ਸਿੰਘ ਟੱਪ ਸੋ ਤਹਿ ਗਿਰ ਪਾਹੇ। ਜਿੱਥੇ ਕੋਈ ਖਾਣ ਨੂੰ ਪਿਆ ਹੁੰਦਾ ਤੇ ਸਿੰਘ ਉਸ ਭੁੱਖੇ ਹਨ ਤੇ ਤੁਰਕ ਦਿੰਦੇ ਨਹੀਂ ਖਾਣ ਨੂੰ, ਸਿੰਘ ਟੱਪ ਕੇ ਝਪਟ ਮਾਰ ਕੇ ਖੋਣ ਦੀ ਕੋਸ਼ਿਸ਼ ਕਰਦੇ ਆ, ਪਰ ਪੈਰਾਂ 'ਚ ਬੇੜੀਆਂ ਨੇ, ਹੱਥਾਂ 'ਚ ਹੱਥ ਕੜੀਆਂ ਨੇ, ਵਿਚਾਰੇ ਸਿੰਘ ਡਿੱਗ ਪੈਂਦੇ ਐ। ਮਾਰਤ ਕੂਟਤ ਲੋਕ ਉਨ ਰੌਲੋ ਮਚਾਵਤ ਜਾਹੇ। ਤੇ ਲੋਕ ਉਹਨਾਂ ਨੂੰ ਮਾਰਦੇ ਆ, ਕੋਈ ਪੱਥਰ ਮਾਰਦਾ, ਕੋਈ ਡੰਡਾ ਮਾਰਦਾ, ਉਹ ਮਾਰ ਖਾ ਕੇ ਵੀ ਚਕਾਰੇ ਗਜਾਈ ਜਾਂਦੇ, ਕਹਿੰਦੇ ਅੱਜ ਨਹੀਂ ਤੇ ਕੱਲ ਫੇਰ ਤੁਹਾਨੂੰ ਲੁੱਟਾਂਗੇ। ਚਾਓ ਪਈ ਸਿਪਾਹੀਆਂ ਸੋਟੇ ਮਾਰ ਲਏ ਘੇਰ। ਸਿਪਾਹੀਆਂ ਨੇ ਉਹਨਾਂ ਸਿੰਘਾਂ ਨੂੰ ਸੋਟੇ ਮਾਰ ਮਾਰ ਕੇ ਫੇਰ ਗੱਡਿਆਂ ਤੇ ਬਹਾ ਲਿਆ। ਕਈ ਸਿੰਘ ਭਏ ਪ੍ਰਾਣ ਬਿਗੇਰ। ਬਹੁਤ ਸਾਰੇ ਸਿੰਘ ਸਰਹੰਦ ਦੀਆਂ ਗਲੀਆਂ ਵਿੱਚ ਹੀ ਸ਼ਹੀਦ ਹੋ ਗਏ। ਤਹ ਤੇ ਤੁਰ ਫਿਰ ਸ਼ਹਿਰਨ ਬਾਰੈ। ਏਦਾਂ ਫਿਰ ਸਾਧ ਸੰਗਤ ਜੀ ਬਾਹਰ ਸ਼ਹਿਰ ਤੋਂ ਬਾਹਰ ਕੱਢਿਆ ਸਿੰਘਾਂ ਨੂੰ। ਸਰਾਂ ਰਸਤੇ ਮੈਂ ਡੇਰਾ ਡਾਰੈ। ਜਿਹੜੀਆਂ ਰਾਹ ਵਿੱਚ ਸਰਾਵਾਂ ਸਨ ਉਹਨਾਂ 'ਚ ਡੇਰਾ। ਪੁਰਾਣੇ ਸਿੰਘ ਦੱਸਦੇ ਆ ਵੀ ਜਿਹੜੀ ਸ਼ੰਭੂ ਦੀ ਸਰਾਂ ਹੈ ਇਹਦੇ ਵਿੱਚ ਵੀ ਸਿੰਘ ਰਾਤ ਰਹੇ। ਇਸੇ ਤਰ੍ਹਾਂ ਅੱਗੇ ਅੰਬਾਲੇ ਤੋਂ ਜਾਂਦੇ ਹੋਏ ਕਈ ਥਾਵਾਂ ਤੇ ਰਾਤਾਂ ਕੱਟੀਆਂ ਖਾਲਸੇ ਨੇ। ਇਸੇ ਭਾਂਤ ਲੈ ਡੇਰੇ ਪਹੁੰਚੇ। ਇਸ ਤਰ੍ਹਾਂ ਸਾਧ ਸੰਗਤ ਜੀ ਇਹ ਤੁਰਦੇ ਡੇਰਿਆਂ 'ਚ ਰਾਤ ਕੱਟਦੇ ਤੁਰਕ। ਪਰ ਖੁਸ਼ੀਅਰ ਬਹੁ ਮਨ ਮੇ ਸੋਚੇ। ਔਰ ਬੰਦਾ ਦਿੱਲੀ ਆ ਰਿਹਾ ਹੈ, ਇਹ ਖਬਰ ਸਾਰੇ ਹਿੰਦੁਸਤਾਨ 'ਚ ਪਸਰ ਗਈ ਵੀ ਬੰਦਾ ਪਕੜਿਆ ਗਿਆ। ਹੱਥ ਕੇ ਕੜੀਆਂ ਤੇ ਬੇੜੀਆਂ ਨਾਲ ਜਕੜ ਕੇ ਬੰਦੇ ਤੇ ਸਾਥੀ ਉਹਨਾਂ ਨੂੰ ਦਿੱਲੀ ਲਿਆਣਾ। ਦਿੱਲੀ ਆ ਰਿਹਾ ਬੰਦਾ ਬਹਾਦਰ। ਅੱਗੇ ਬਾਦਸ਼ਾਹ ਫਰਖਸ਼ੀਅਰ, ਉਹ ਔਰੰਗਜ਼ੇਬ ਦਾ ਪੜਪੋਤਰਾ, ਸੋਚਾਂ 'ਚ ਪਿਆ ਹੋਇਆ ਹੈ ਬੰਦੋ ਯਹ ਬੁਰੀ ਬੁਲਾਏ। ਬਾਦਸ਼ਾਹ ਸੋਚਦਾ ਇਹ ਬੰਦਾ ਬੜੀ ਬੁਰੀ ਬਲਾ ਹੈ, ਇਹਨੂੰ ਮੈਂ ਦਿੱਲੀ ਕਿਉਂ ਮੰਗਾ ਲਿਆ, ਉੱਥੇ ਹੀ ਮਰਵਾ ਦਿੰਦੇ। ਮਤ ਕਸ਼ ਕਰੈ ਇਹਾਂ ਕਸ਼ ਆਏ। ਮਤਾ ਇਹ ਦਿੱਲੀ ਆ ਕੇ ਕੋਈ ਜਾਦੂ ਨਾ ਕਰ ਦਵੇ, ਇੱਥੇ ਨਾ ਕੋਈ ਸਾਨੂੰ ਵਕਤ ਪਾ ਦਵੇ। ਆਪ ਸ਼ਾਹੇ ਮਦ ਰਹਿਓ ਦਰਿਆਏ। ਬਾਦਸ਼ਾਹ ਇਤਨਾ ਡਰ ਗਿਆ ਵੀ ਲਾਲ ਕਿਲੇ ਤੋਂ ਨਿਕਲ ਕੇ ਜਮਨਾ ਦੇ ਪਰਲੇ ਪਾਸੇ ਚਲਾ ਗਿਆ। ਉੱਥੇ ਚਲਾ ਗਿਆ ਵੀ ਮੈਂ ਕਿਤੇ ਬੰਦੇ ਦੇ ਕਾਬੂ ਨਾ ਆ ਜਾਵਾਂ। ਬੰਦਾ ਹਾਲਾਂਕਿ ਹੱਥ ਕੜੀਆਂ ਵਿੱਚ ਹੈ, ਬੇੜੀਆਂ ਵਿੱਚ ਬੰਨਿਆ ਹੋਇਆ, ਪਰ ਬਾਦਸ਼ਾਹ ਨੂੰ ਇਹ ਫਿਕਰ ਹੈ ਵੀ ਕੋਈ ਜਾਦੂ ਨਾਲ, ਕਿਸੇ ਟੂਣੇ ਨਾਲ, ਕਿਸੇ ਮੰਤਰ ਨਾਲ ਮੇਰਾ ਨੁਕਸਾਨ ਨਾ ਕਰ ਦਵੇ। ਜਬ ਲਗ ਬੰਦੋ ਮੋਇਓ ਨਾ ਥਾਈ। ਜਿੰਨਾ ਚਿਰ ਬੰਦਾ ਮਰਦਾ ਨਹੀਂ ਉਹਨਾਂ ਚਿਰ ਫਰਖਸ਼ੀਅਰ ਨੂੰ ਅਮਨ ਚੈਨ ਨਹੀਂ ਆਣਾ। ਬਹੁਤ ਕੁਰਾਨ ਕੋ ਪਾਠ ਪੜਾਵੈ। ਉਹਨੇ ਦਿਨ ਕਹਿੰਦੇ ਜਿੰਨਾ ਚਿਰ ਬੰਦਾ ਜਿਉਂਦਾ ਰਿਹਾ ਹੈ ਨਾ, ਉਹ ਬਾਦਸ਼ਾਹ ਨੇ ਸੈਂਕੜੇ ਮੌਲਵੀਆਂ ਦੀ ਡਿਊਟੀ ਲਾ ਛੱਡੀ ਸੀ ਵੀ ਕੁਰਾਨ ਦਾ ਪਾਠ ਜਾਰੀ ਰਵੇ। ਕੁਰਾਨ ਹਰ ਜਗ੍ਹਾ ਤੇ ਦਿੱਲੀ 'ਚ ਪੜ੍ਹੀ ਜਾਓ, ਪੜ੍ਹੀ ਜਾਓ। ਕਹਿੰਦੇ ਕੋਈ ਮਤਾ ਉਹਦਾ ਜਾਦੂ ਨਾ ਸਾਡੇ ਤੇ ਚੱਲ ਜਾਵੇ। ਉਹਦੀ ਰੋਕ ਕਰਨ ਵਾਸਤੇ ਜਿੰਨੇ ਕਾਲੇ ਇਲਮ ਸਨ, ਜਿੰਨੇ ਮੌਲਵੀਆਂ ਕੋਲ ਜੰਤਰ ਮੰਤਰ ਤੰਤਰ ਸਨ, ਸਾਰੇ ਹੀ ਕਰ ਰਹੇ ਸਨ ਵੀ ਕਿਤੇ ਬੰਦੇ ਦਾ ਮੰਤਰ ਨਾ ਚੱਲ ਜਾਵੇ। ਦਰੂਦ ਫਾਇ ਤੇ ਬਹੁਤ ਦਿਵਾਵੈ। ਬੜੇ ਬੜੇ ਦਰੂਦ ਫਾਇਤੇ ਦਾਨ ਪੁੰਨ ਦਿੰਦੇ, ਸਰੀਣੀਆਂ ਪੀਰਾਂ ਦੀਆਂ ਦਿੰਦੇ ਵੀ ਕਿਤੇ ਬੰਦੇ ਦੇ ਕਾਬੂ ਨਾ ਆ ਜਾਈਏ ਅਸੀਂ। ਦੋਹਰਾ ਨਲ ਏਰੈ ਬੰਦੋ ਜਬ ਪੁਜਿਓ ਛਾਹ ਸੋ ਬਹੁ ਕੰ ਪਾਏ। ਜਦੋਂ ਬਾਦਸ਼ਾਹ ਦੇ ਦਿੱਲੀ ਦੇ ਸ਼ਹਿਰ ਦੇ ਨੇੜੇ ਪਹੁੰਚਿਆ ਬੰਦਾ ਬਹਾਦਰ, ਬਾਦਸ਼ਾਹ ਕੰਬਣ ਲੱਗਾ। ਇਸੇ ਨਾ ਦਿੱਲੀ ਲਿਆਈ ਐ ਯਹ ਹੈ ਬੁਰੀ ਬਲਾਈ। ਕਹਿਣ ਲੱਗਾ ਇਹਨੂੰ ਦਿੱਲੀ ਨਾ ਲੈ ਕੇ ਆਓ, ਇਹ ਬੜੀ ਬੁਰੀ ਬਲਾ ਹੈ, ਮਤਾ ਦਿੱਲੀ ਨਾ ਉਲਟੀ ਕਰ ਦਵੇ। ਜਾਓ ਪਈ ਆਪ ਜਮਨਾ ਕੇ ਮਦ ਜਾ ਰਹਿਓ। ਆਪ ਜਮਨਾ ਦੇ ਵਿਚਕਾਰ ਪਰਲੇ ਪਾਸੇ ਜਾ ਰਿਹਾ। ਬੰਦਾ ਜਮਨਾ ਉਰਾਰ ਰੱਖਿਓ। ਜਾਂ ਬੰਦੇ ਨੂੰ ਜਮਨਾ ਦੇ ਉਰਲੇ ਪਾਸੇ ਯਾਨੀ ਲਾਲ ਕਿਲੇ ਵਾਲੇ ਪਾਸੇ ਜਿਹੜਾ ਹਿੱਸਾ ਇੱਧਰ ਰੱਖਿਆ, ਤੇ ਜਿਹੜਾ ਜਮਨਾ ਤੋਂ ਪਰਲਾ ਪਾਸਾ ਬਾਦਸ਼ਾਹ ਉਧਰ ਚਲਾ ਗਿਆ।
ਉਹਾਂ ਬੰਦੇ ਕੋ ਅੰਧਾ ਕਰਾਇਆ। ਕਹਿੰਦੇ ਬਾਦਸ਼ਾਹ ਨੇ ਬਾਬੇ ਬੰਦੇ ਬਹਾਦਰ ਦੀਆਂ ਅੱਖਾਂ ਕਢਵਾ ਦਿੱਤੀਆਂ, ਅੰਨਾ ਕਰਵਾ ਦਿੱਤਾ। ਤਉ ਨਲ ਏਰਿਓ ਅੱਗੇ ਤੁਰਾਇਆ। ਫਿਰ ਅੱਗੇ ਤੋਰਿਆ ਬੰਦੇ ਨੂੰ। ਫਰਖਸ਼ੀਅਰ ਦਿਲ ਆਈ ਬਾਤ। ਬਾਦਸ਼ਾਹ ਫਰਖਸ਼ੀਅਰ ਦੇ ਮਨ ਵਿੱਚ ਇਹ ਗੱਲ ਆਈ, ਬੰਦੇ ਮੋਏ ਬਿਨ ਸੁਖ ਨਾ ਬਿਹਾਤ। ਜਿੰਨਾ ਚਿਰ ਬੰਦਾ ਮਰਦਾ ਨਹੀਂ ਉਹਨਾਂ ਚਿਰ ਸਾਡਾ ਜੀਣਾ ਹਰਾਮ ਕਰਕੇ ਰੱਖੇਗਾ। ਸ਼ਾਹ ਬੰਦੇ ਪੈ ਮਨੁੱਖ ਕਲਾਈ। ਬਾਦਸ਼ਾਹ ਫਰਖਸ਼ੀਅਰ ਨੇ ਆਪਣੇ ਮੰਤਰੀ ਵਜ਼ੀਰ ਭੇਜੇ ਬੰਦੇ ਕੋਲ, ਜੋ ਤੈ ਖਾਣੋ ਸੋ ਲੈ ਖਾਈ। ਬਈ ਤੈਨੂੰ ਅਸੀਂ ਮਾਰ ਦੇਣਾ, ਜੋ ਤੂੰ ਖਾਣਾ ਖਾ ਪੀ ਲੈ। ਆਪਣੀ ਮੌਤ ਦੇਹ ਤੂੰ ਆਖ। ਤੇ ਬਾਦਸ਼ਾਹ ਨੇ ਪੁੱਛਿਆ ਵੀ ਤੂੰ ਇਹ ਦੱਸ ਤੂੰ ਕਿਹੜੀ ਮੌਤ ਮਰਨਾ ਚਾਹੁੰਦਾ ਹੈ? ਅਸੀਂ ਤੈਨੂੰ ਮਾਰਨਾ ਤਾਂ ਹੈ ਹੀ ਹੈ, ਜਿਹੜੀ ਮੌਤ ਤੂੰ ਮਰਨਾ ਅਸੀਂ ਤੈਨੂੰ ਉਸੇ ਮੌਤ ਮਾਰ ਦਈਏ। ਜਿਮ ਤੈ ਮਰਨੋ ਤਿਮ ਦੇਹ ਭਾਖ। ਦੱਸ ਬਈ ਬੰਦਿਆ ਤੈਨੂੰ ਕਿਵੇਂ ਮਾਰੀਏ? ਜਿਵੇਂ ਤੂੰ ਮਰਨਾ ਚਾਹੁੰਦਾ ਉਵੇਂ ਹੀ ਮਾਰ ਦਿਆਂਗੇ। ਤਬ ਬੰਦਾ ਯੋ ਉਤਰ ਬਤਾਇਓ। ਅੱਗੇ ਬਾਬੇ ਬੰਦੇ ਬਹਾਦਰ ਨੇ ਜਵਾਬ ਦਿੱਤਾ, ਜਿਮ ਤੈ ਮਰਨੋ ਉਮ ਮੋਹਿ ਮਰਵਾਇਓ। ਬਾਦਸ਼ਾਹ ਨੂੰ ਆਖੋ ਵੀ ਜਿਵੇਂ ਉਹ ਆਪ ਮਰਨਾ ਚਾਹੁੰਦਾ ਉਵੇਂ ਮੈਨੂੰ ਮਰਵਾ ਦੇਵੇ। ਯੋ ਕਹਿ ਬੰਦਾ ਚੁੱਪ ਕਰ ਰਹਿਓ। ਇਹ ਕਹਿ ਕੇ ਬੰਦਾ ਚੁੱਪ ਕਰ ਗਿਆ ਵੀ ਮੈਂ ਆਪ ਨਹੀਂ ਦੱਸਣਾ, ਜਿਵੇਂ ਬਾਦਸ਼ਾਹ ਮਰੇਗਾ ਨਾ ਉਹਨੂੰ ਪਸੰਦ ਹੈ ਮੌਤ ਜਿਹੜੀ, ਉਸੇ ਮੌਤ ਮੈਨੂੰ ਮਾਰ ਦਵੇ। ਹੁਣ ਬਾਦਸ਼ਾਹ ਨੂੰ ਇਸ ਗੱਲ ਦਾ ਬੜਾ ਗੁੱਸਾ ਚੜਿਆ ਵੀ ਮੈਨੂੰ ਦੱਸਦਾ ਮੌਤ, ਮੈਂ ਬਾਦਸ਼ਾਹ ਭਲਾ ਮੇਰੀ ਮੌਤ ਕਿੱਥੇ ਆਉਣੀ ਹੈ। ਉਹਨੇ ਬਾਬੇ ਜੀ ਦੀਆਂ ਅੱਖਾਂ ਕਢਾ ਦਿੱਤੀਆਂ, ਅੰਨਾ ਕਰਵਾ ਦਿੱਤਾ। ਔਰ ਯਾਦ ਰਵੇ ਲਗਭਗ 1 ਸਾਲ ਬਾਅਦ ਹੀ ਫਰਖਸ਼ੀਅਰ ਬਾਦਸ਼ਾਹ ਨੂੰ ਉਹਦੇ ਆਉਣ ਵਾਲੇ ਬਾਦਸ਼ਾਹ ਨੇ ਅੱਗੋਂ ਪਕੜ ਕੇ ਅੰਨਾ ਕਰਕੇ ਜੇਲ੍ਹ ਸੁੱਟ ਦਿੱਤਾ ਸੀ, ਅੱਖਾਂ ਕੱਢ ਦਿੱਤੀਆਂ ਤੇ ਉਸੇ ਤਰ੍ਹਾਂ ਹੀ ਮਾਰਿਆ ਸੀ। ਬਾਬਾ ਜੀ ਦੇ ਬਚਨ ਸੱਚ ਹੋਏ ਵੀ ਜਿਵੇਂ ਤੂੰ ਮਰਨਾ ਚਾਹੁੰਦਾ ਉਵੇਂ ਮੈਨੂੰ ਮਾਰ ਦੇ। ਉਦਾਂ ਹੀ ਫਿਰ ਬਾਦਸ਼ਾਹ ਫਰਖਸ਼ੀਅਰ ਦੀ ਮੌਤ ਅੰਨਾ ਹੋ ਕੇ ਹੀ ਮਰਿਆ, ਉਹ ਵੀ ਉਹਦੀਆਂ ਵੀ ਅੱਖਾਂ ਉਸੇ ਤਰ੍ਹਾਂ ਹੀ ਕੱਢੀਆਂ ਗਈਆਂ। ਹਾਂਜੀ, ਕਹਿਣ ਵਾਲੇ ਤਿਸ ਉਸ ਆ ਕਹਿਓ। ਕਹਿਣ ਵਾਲਿਆਂ ਨੇ ਆ ਕੇ ਬਾਦਸ਼ਾਹ ਨੂੰ ਦੱਸਦਾ ਵੀ ਬਾਦਸ਼ਾਹ ਉਹ ਤਾਂ ਬੜਾ ਅੱਗੋਂ ਆਕੜ ਕੇ ਬੋਲਦਾ, ਉਹਨੂੰ ਤੇ ਅਸੀਂ ਆਖਿਆ ਤੂੰ ਕਿਵੇਂ ਮਰਨਾ, ਉਹ ਕਹਿੰਦਾ ਜਿਵੇਂ ਬਾਦਸ਼ਾਹ ਮਰਨਾ ਚਾਹੁੰਦਾ ਉਵੇਂ ਮੈਨੂੰ ਮਾਰ ਦਵੇ। ਬੰਦਾ ਕਹਿਓ ਸੋ ਉਨ ਸੁਣ ਲਿਓ। ਬੰਦੇ ਦੀ ਗੱਲ ਜਦੋਂ ਬਾਦਸ਼ਾਹ ਨੇ ਸੁਣੀ, ਅੱਗੇ ਸੁਣੋ ਜਿਮ ਸਿਰ ਦੂਹੂ ਭਇਓ। ਹੁਣ ਅੱਗੇ ਸੁਣੋ ਗੱਲ, ਇਹ ਗੱਲ ਦੋਵਾਂ ਤੇ ਹੋਈ ਆ, ਦੋਵਾਂ ਦੇ ਭਾਣਾ ਇਕੱਠਾ ਵਰਤਿਆ, ਉਹਦੇ ਤੇ ਉਹਦੀਆਂ ਵੀ ਅੱਖਾਂ ਕੱਢੀਆਂ ਤੇ ਅੱਗੋਂ ਬਾਦਸ਼ਾਹ ਦੀਆਂ ਵੀ ਨਿਕਲੀਆਂ। ਹਾਂਜੀ, ਦੋਹਰਾ ਅੰਧਾ ਕਰ ਬੰਦਾ ਰੱਖਿਓ ਫਰਖਸ਼ੀਅਰ ਬਹੁ ਰੋਜ। ਕਹਿੰਦੇ ਬਾਦਸ਼ਾਹ ਨੇ ਕਈ ਮਹੀਨੇ ਲਗਭਗ 3-4 ਮਹੀਨੇ ਬੰਦੇ ਬਹਾਦਰ ਨੂੰ ਦਿੱਲੀ 'ਚ ਅੰਨਾ ਕਰਕੇ ਰੱਖਿਆ। ਜਿਸ ਪਾਛੇ ਦੋ ਮਰੇ ਸੁਨੋ ਸੋ ਵਾਕੇ ਖੋਜ। ਕਹਿੰਦੇ ਇਹ ਖੋਜ ਦੱਸਦੀ ਹੈ ਵੀ ਦੋਵੇਂ ਹੀ ਅੰਨੇ ਕੀਤੇ, ਬੰਦਾ ਬਹਾਦਰ ਵੀ ਅੰਨਾ ਕੀਤਾ ਗਿਆ ਤੇ ਉਹ ਫਰਖਸ਼ੀਅਰ ਵੀ ਅੰਨਾ ਹੋਇਆ, ਅੰਨਾ ਹੋ ਕੇ ਮਰਿਆ। ਫਰਖਸ਼ੀਅਰ ਕਾਜੀ ਹੁਤੋ ਉਸੈ ਵਜੀਰੈ ਭਰਾਏ। ਕਹਿੰਦੇ ਜਿਹੜਾ ਫਰਖਸ਼ੀਅਰ ਬਾਦਸ਼ਾਹ ਦਾ ਕਾਜੀ ਸੀਗਾ ਉਹਦੇ ਵਜ਼ੀਰ ਦਾ ਭਰਾ ਸੀ ਕਾਜੀ। ਬੰਦੇ ਮਾਰੇ ਉਥੋਂ ਜੋ ਬੈਲਨ ਗੈਲ ਕਿਸ ਢਾਏ। ਜੋ ਬੰਦੇ ਬਹਾਦਰ ਨੇ ਮਾਰਿਆ ਸੀ ਵਜ਼ੀਰ ਖਾਨ ਸੂਬਾ ਸਰਹੰਦ ਬੈਲਾਂ ਨਾਲ ਕਸਾ ਕੇ, ਉਹਦਾ ਭਰਾ ਅੱਗੋਂ ਕਾਜੀ ਉਹ ਸੀਗਾ ਬਾਦਸ਼ਾਹ ਦੇ ਕੋਲ। ਚੌਪਈ ਫਰਖਸ਼ੀਅਰ ਕਾਜੀ ਬਹਿਕਾਇਓ। ਕਾਜੀ ਨੇ ਫਰਖਸ਼ੀਅਰ ਨੂੰ ਬਹਿਕਾਇਆ ਬੰਦਾ ਮਾਰੇ ਬਿਨ ਹੋਗ ਪਛਤਾਇਓ। ਵੀ ਜਿੰਨਾ ਚਿਰ ਬੰਦੇ ਨੂੰ ਮਾਰਦੇ ਨਹੀਂ ਆਪਾਂ ਦੁਖੀ ਹੋਵਾਂਗੇ। ਹੋਏ ਬੰਦਾ ਸਿੱਖ ਜਗ ਮੈਂ ਰਹੇ। ਜੇ ਬੰਦਾ ਬਹਾਦਰ ਨੂੰ ਛੱਡ ਦਿੱਤਾ ਇਹਦੇ ਸਿੱਖ ਬਹੁਤ ਬਣੇ ਹੋਏ ਨੇ, ਦੁਨੀਆ ਨੂੰ ਬਹੁਤ ਮੰਨਦੀ ਹੈ। ਆਪਣੇ ਜੈਸੋ ਇਹ ਬਹੁ ਕਏ। ਇਹ ਆਪਣੇ ਵਰਗੇ ਹੋਰ ਬੰਦੇ ਪੈਦਾ ਕਰ ਲਵੇਗਾ। ਉੱਡਣ ਵਿਦਿਆ ਇਨ ਕਈਨ ਦਈ। ਇਹਨੇ ਕਈਆਂ ਨੂੰ ਉੱਡਣ ਦੀ ਵਿਦਿਆ ਦਿੱਤੀ ਹੋਈ ਹੈ, ਆਪ ਵੀ ਉੱਡ ਲੈਂਦਾ ਤੇ ਆਪਣੇ ਸੇਵਕਾਂ ਨੂੰ ਵੀ ਉੱਡਣ ਦੀ ਸ਼ਕਤੀ ਦਿੱਤੀ ਹੈ ਇਸਨੇ। ਇਸਕੇ ਪੁੱਤਰ ਭੀ ਰਹਿ ਹੈ ਕਈ। ਔਰ ਇਹਦੇ ਪੁੱਤਰ ਵੀ ਕਈ ਹੋਣਗੇ, ਚੇਲੇ ਵੀ ਹੋਣਗੇ। ਇਸਕੇ ਬਚੇ ਵੈ ਚਾਮਲ ਆਵੈ। ਔਰ ਇਹਦੇ ਬੱਚੇ ਜਿਹੜੇ ਹਨ ਜੇ ਉਹ ਵੀ ਉੱਡਣ ਦੀ ਵਿਦਿਆ ਜਾਣਦੇ ਵੱਡੇ ਹੋ ਕੇ ਉਹ ਵੀ ਸਾਨੂੰ ਮਾਰਨਗੇ। ਇਸ ਮਾਰੇ ਵੈ ਲੋਕ ਛੁਪ ਜਾਵੈ। ਜੇ ਇਹਨੂੰ ਮਾਰ ਦਿਆਂਗੇ ਉਹਨਾਂ ਦਾ ਹੌਸਲਾ ਟੁੱਟ ਜਾਏਗਾ ਤੇ ਸਿੱਖਾਂ ਦਾ ਪੰਥ ਖਤਮ ਹੋ ਜਾਏਗਾ। ਬੰਦੇ ਕੇ ਬਹੁ ਹੁਤੇ ਮੁਦਈ। ਜਿਹੜੇ ਬੰਦੇ ਦੇ ਮੁਦਈ ਹਾਮੀ ਸਨ, ਇੱਕ ਕੀ ਗੱਲ ਉਨ ਬਣਾਈ ਕਈ। ਉਹਨਾਂ ਨੇ ਇੱਕ ਦੀਆਂ ਕਈ ਗੱਲਾਂ ਬਣਾ ਲਈਆਂ ਤੁਰਕਾਂ ਨੇ ਵੀ ਇਹ ਤਾਂ ਉੱਡਣਾ ਜਾਣਦੇ ਨੇ, ਇਹ ਤਾਂ ਸਰਕਾਰ ਦੇ ਬੜੇ ਦੁਸ਼ਮਣ ਨੇ,
ਇਹਨਾਂ ਨੇ ਤਾਂ ਬੜੇ ਬੰਦੇ ਮੁਸਲਮਾਨਾਂ ਦੇ ਮਾਰੇ ਨੇ। ਇਦਾਂ ਦੀਆਂ ਕਈ ਤਰ੍ਹਾਂ ਦੀਆਂ ਝੂਠੀਆਂ ਸੱਚੀਆਂ ਊਜਾਂ ਲਾਈਆਂ ਗਈਆਂ। ਫਰਖਸ਼ੀਅਰ ਤਬ ਕਾਜੀ ਬੁਲਾਏ, ਫਰਖਸ਼ੀਅਰ ਨੇ ਸਾਰੇ ਕਾਜੀ ਇਕੱਠੇ ਕੀਤੇ ਦਿੱਲੀ ਦੇ। ਉਸੈ ਕਿਤਾਬੋਂ ਮਸਲਾ ਕਢਾਏ, ਉਹਨਾਂ ਨੂੰ ਕਿਹਾ ਤੁਸੀਂ ਆਪਣੀਆਂ ਕਿਤਾਬਾਂ ਵਿੱਚੋਂ ਕਾਨੂੰਨ ਪੜ੍ਹੋ, ਮਸਲੇ ਕੱਢੋ ਜਿਹਦੇ ਮੁਤਾਬਕ ਬੰਦੇ ਨੂੰ ਮਾਰਿਆ ਜਾ ਸਕੇ। ਤਬ ਕਾਜੀ ਨੇ ਬਦਲੋ ਬਤਾਇਓ, ਤੇ ਕਾਜੀ ਨੇ ਆਪਣੀਆਂ ਕਿਤਾਬਾਂ ਦੇ ਹਿਸਾਬ ਨਾਲ ਦੱਸਿਆ ਵਾਂਗ ਵਜ਼ੀਰੈ ਚਹੀਐ ਕਿਸ ਢਾਇਓ, ਵੀ ਜਿਵੇਂ ਆਪਾਂ ਮੇਰੇ ਭਰਾ ਵਜ਼ੀਰ ਖਾਨ ਨੂੰ ਇਹਨਾਂ ਨੇ ਬੈਲਾਂ ਪਿੱਛੇ ਘੜੀਸ ਕੇ ਮਾਰਿਆ ਸੀ, ਇਹਨੂੰ ਵੀ ਮਾਰੀਏ। ਮਗਰ ਘੋੜੇ ਕੇ ਦੇਹ ਬੰਧਾਏ, ਇਹਨੂੰ ਘੋੜੇ ਦੇ ਜਾਂ ਹਾਥੀ ਦੇ ਪੈਰ ਨਾਲ ਬੰਨ ਕੇ ਘੜੀਸੋ। ਗਿਰਦ ਫਿਰਾਵੋ ਸ਼ਹਿਰੇ ਦਾਈ, ਇਹਨੂੰ ਵੀ ਇਸੇ ਤਰ੍ਹਾਂ ਮਾਰੀਏ ਦਿੱਲੀ ਦੇ ਵਿੱਚ। ਦੋਹਰਾ ਗਿਰਦੋ ਸ਼ਹਿਰ ਘੁਮਾਏ ਕੈ, ਫਿਰ ਉਸ ਦੀਜੋ ਡਾਲ, ਔਰ ਇਹਨੂੰ ਇਸ ਤਰ੍ਹਾਂ ਸ਼ਹਿਰ ਦੇ ਆਲੇ ਦੁਆਲੇ ਘੁਮਾ ਕੇ ਫਿਰ ਇੱਕ ਥਾਂ ਤੇ ਜਾ ਕੇ ਸੁੱਟ ਦਿਆਂਗੇ। ਐਸੋ ਕਾਮ ਸੋ ਜੋ ਕਰੇ, ਉਸ ਹੋਵਗ ਜਹੀ ਹਵਾਲ, ਕਿਉਂਕਿ ਜੋ ਇਹਨੇ ਕੀਤਾ ਹੈ ਉਹਦੀ ਸਜ਼ਾ ਇਹਨੂੰ ਇਸੇ ਤਰ੍ਹਾਂ ਹੀ ਮਿਲਣੀ ਚਾਹੀਦੀ ਹੈ। ਜਾਓ ਪਈ ਕਾਜੀ ਕਹੀ ਕਰੀ ਸੋ ਸ਼ਾਹੀ, ਕਹਿੰਦੇ ਜੋ ਕਾਜੀ ਨੇ ਕਿਹਾ ਉਹ ਬਾਦਸ਼ਾਹ ਨੇ ਕੀਤਾ। 744 ਸਿੰਘ ਸਨ। ਇੱਕ ਕਿਤਾਬ, ਇੱਕ ਚਿੱਠੀ ਹੈ ਅੰਗਰੇਜ਼ਾਂ ਦੀ ਲਿਖੀ ਹੋਈ। ਉਸ ਵੇਲੇ ਦੋ ਅੰਗਰੇਜ਼ ਈਸਟ ਇੰਡੀਆ ਕੰਪਨੀ ਦੇ ਦਿੱਲੀ ਵਿੱਚ ਸਨ। ਉਹਨਾਂ ਨੇ ਅੰਗਰੇਜ਼ਾਂ ਨੇ ਈਸਟ ਇੰਡੀਆ ਕੰਪਨੀ ਦੇ ਜੋ ਹੈੱਡ ਆਫਿਸ ਕਲਕੱਤੇ ਵਿੱਚ ਸੀਗਾ, ਉਦੋਂ ਦਿੱਲੀ ਵਿੱਚ ਤਾਂ ਇਹਨਾਂ ਦਾ ਉਦੋਂ ਪ੍ਰਬੰਧ ਘੱਟ ਸੀਗਾ, ਕੰਪਨੀ ਦੇ ਕੰਮ ਆਉਂਦੇ ਜਾਂਦੇ ਸਨ। ਕੰਪਨੀ ਦਾ ਜਿਹੜਾ ਦਫ਼ਤਰ ਸੀਗਾ ਉਹ ਕਲਕੱਤੇ ਵਿੱਚ ਸੀਗਾ ਵੱਡਾ, ਤੇ ਕਲਕੱਤੇ ਤੋਂ ਅੱਗੇ ਫਿਰ ਲੰਡਨ ਵਿੱਚ ਸਮੁੰਦਰੀ ਜਹਾਜ਼ ਦੇ ਨਾਲ ਆਵਾਜਾਈ ਹੁੰਦੀ ਸੀ, ਕਿਉਂਕਿ ਇਹ 1716 ਦੀ ਗੱਲ ਹੈ। ਉਹਨਾਂ ਦੋ ਅੰਗਰੇਜ਼ਾਂ ਨੇ ਚਿੱਠੀ ਦੇ ਵਿੱਚ ਲਿਖਿਆ ਹੈ ਕਿ ਬੰਦੇ ਬਹਾਦਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਔਰ ਉਹਦੇ ਨਾਲ ਦੇ ਬੰਦੇ ਦਿੱਲੀ ਵੇਖੇ ਹਨ। ਉਹ ਕਹਿੰਦੇ ਵੀ 100 ਬੰਦਾ 100 ਸਿੱਖ ਰੋਜ਼ ਕਤਲ ਕੀਤਾ ਜਾਂਦਾ ਹੈ। 100 ਸਿੱਖਾਂ ਨੂੰ ਕਤਲ ਕਰੀਦਾ ਹੈ ਔਰ ਅਗਲੇ ਦਿਨ 100 ਫਿਰ ਕਤਲ ਕੀਤੇ ਜਾਂਦੇ ਆ। ਇਦਾਂ 100 ਸਿੰਘਾਂ ਦੀ ਰੋਜ਼ ਦੀ ਮੌਤ। 7 ਦਿਨਾਂ ਵਿੱਚ 700 ਸਿੰਘ ਮਾਰੇ ਗਏ। ਮੁਖੀ ਸਿੰਘ ਜਿਹੜੇ ਸਨ ਉਹ ਬਚੇ ਸਨ, ਜਿਵੇਂ ਬਾਬਾ ਬਾਜ ਸਿੰਘ ਜੀ ਬਲ ਪਿੰਡ ਦੇ ਬਲ ਪੱਟੀ ਵਾਲੇ ਜਿਹੜੇ ਸਨ ਉਹ ਇੱਥੇ ਨਾਲ ਸਨ। ਕਾਨ ਸਿੰਘ ਵੀ ਕਹਿੰਦੇ ਫੜੇ ਗਏ ਸਨ, ਜਿਨ੍ਹਾਂ ਨੂੰ ਸਿੰਘਾਂ ਨੇ ਬੜੀ ਜੁਗਤੀ ਦੇ ਨਾਲ ਉੱਥੇ ਉਹ ਜੇਲ੍ਹ ਵਿੱਚੋਂ ਭਜਾ ਲਿਆ ਸੀ, ਛੁਡਾ ਲਿਆ ਸੀ ਦਿੱਲੀ ਦੇ ਸਿੱਖਾਂ ਨੇ। ਤੇ ਬਾਕੀ ਸਾਰੇ ਸਿੰਘ ਜਿਹੜੇ ਸਨ ਉਹ ਜੇਲ੍ਹ ਦੇ ਵਿੱਚ ਜਿਹੜੇ ਮੁਖੀ ਜਰਨੈਲ ਸਨ ਉਹ ਬੰਦੇ ਬਹਾਦਰ ਦੇ ਨਾਲ ਸ਼ਹੀਦ ਕੀਤੇ ਗਏ। 700 ਸਿੰਘ ਪਹਿਲਾਂ ਸ਼ਹੀਦ ਕੀਤੇ ਗਏ। ਇੱਕ ਖਾਫੀ ਖਾਨ ਮੁਸਲਮਾਨ ਲੇਖਕ ਹੋਇਆ, ਖਾਫੀ ਖਾਨ। ਉਹਨੇ ਬੰਦੇ ਦੀ ਸ਼ਹੀਦੀ ਅੱਖਾਂ ਵੇਖੀ ਸਾਰੀਆਂ ਗੱਲਾਂ ਲਿਖੀਆਂ ਨੇ ਦਿੱਲੀ ਦੇ ਵਿੱਚ। ਇੱਕ ਘਟਨਾ ਉਸਨੇ ਲਿਖੀ ਹੈ ਕਿ ਇੱਕ ਦਿਨ ਇੱਕ ਨੌਜਵਾਨ ਬੱਚਾ ਜਿਹਦੀ ਉਮਰ 18-17 ਸਾਲ ਦੀ ਸੀ, ਉਹਦੀ ਮਾਂ ਰੋਂਦੀ ਪਿੱਟਦੀ ਫਰਖਸ਼ੀਅਰ ਬਾਦਸ਼ਾਹ ਦੇ ਸਾਹਮਣੇ ਪੇਸ਼ ਹੋ ਗਈ। ਬਾਦਸ਼ਾਹ ਨੇ ਆਖਿਆ ਇਹ ਮਾਈ ਕਿਉਂ ਰੋਂਦੀ ਹੈ? ਉਹਨੇ ਆਖਿਆ ਇਹ ਮਾਈ ਇਹਦਾ ਬੱਚਾ ਫੜਿਆ ਸਿੱਖਾਂ ਦੇ ਨਾਲ ਆ ਗਿਆ। ਮਾਈ ਨੂੰ ਜਦੋਂ ਬਾਦਸ਼ਾਹ ਨੇ ਪੁੱਛਿਆ ਮਾਈ ਕੀ ਗੱਲ ਹੈ, ਕਹਿਣ ਲੱਗੀ ਜੀ ਮੇਰਾ ਬੱਚਾ ਸਿੱਖ ਨਹੀਂ ਹੈ, ਅਸੀਂ ਹਿੰਦੂ ਹਾਂ। ਮੇਰੇ ਬੱਚੇ ਦਾ ਵਿਆਹ ਹੋਇਆ ਸੀ, ਅਸੀਂ ਡੋਲੀ ਲੈ ਕੇ ਘਰ ਆਏ ਸੀ। ਅਜੇ ਮੈਂ ਪਾਣੀ ਵਾਰ ਰਹੀ ਸੀ ਆਪਣੀ ਨੂੰਹ ਦੇ ਸਿਰ ਤੋਂ ਕਿ ਇੰਨੇ ਨੂੰ ਤੇਰੀ ਫੌਜ ਦੇ ਸਿਪਾਹੀ ਆਏ ਤੇ ਮੇਰੇ ਲੜਕੇ ਨੂੰ ਫੜ ਕੇ ਲੈ ਆਏ। ਇਦਾਂ ਹੀ ਪੰਜਾਬ ਚੋਂ ਸਿੰਘ ਇਕੱਠੇ ਕੀਤੇ। ਜਿਹੜੇ 744 ਸਨ ਉਹ ਬੰਦੇ ਬਹਾਦਰ ਦੇ ਨਾਲ ਦੇ ਨਹੀਂ ਸਨ, ਉਹ ਰਸਤੇ 'ਚ ਫੜੇ ਸਨ। ਬੰਦੇ ਦੇ ਨਾਲ ਤਾਂ 200-250 ਸਿੰਘ ਹੀ ਸਨ ਜਿਹੜੇ ਅੰਦਰੋਂ ਫੜੇ ਸਨ। ਉਹ ਵੀ ਬਹੁਤ ਭੁੱਖੇ ਭਾਣੇ, ਰਸਤੇ 'ਚ ਬਹੁਤੇ ਚੜਾਈਆਂ ਕਰ ਗਏ। ਇਹਨਾਂ ਨੇ ਰਸਤੇ 'ਚੋਂ ਸਿੰਘ ਹੋਰ ਫੜ ਲਏ ਵੀ ਉੱਥੇ ਜਾ ਕੇ ਦਿੱਲੀ ਕੀ ਦਿਖਾਵਾਂਗੇ ਵੀ 200 ਬੰਦਿਆਂ ਨੇ ਸਾਲ ਵਕਤ ਪਾਈ ਰੱਖਿਆ। ਆਪਣਾ ਆਪ ਸ਼ੋਅ ਕਰਨ ਵਾਸਤੇ ਰਸਤੇ ਵਿੱਚੋਂ ਸਿੱਖ ਜ਼ਿਆਦਾ ਫੜੇ ਸਨ। ਬਹੁਤ ਸਾਰੇ ਸਿੰਘਾਂ ਦੇ ਸਿਰ ਵੱਢ ਕੇ ਟੰਗ ਲਏ ਨੇਜਿਆਂ ਤੇ। ਇਸ ਤਰ੍ਹਾਂ ਇਹ ਕਰਕੇ ਉਹ ਬੱਚਾ ਵੀ ਫੜ ਕੇ ਲਿਆਂਦਾ ਗਿਆ ਸਿੱਖਾਂ ਦਾ। ਮਾਂ ਕਹਿੰਦੀ ਮੇਰਾ ਬੱਚਾ ਸਿੱਖ ਨਹੀਂ, ਉਹਨੂੰ ਛੱਡ ਦਿਓ। ਬਾਦਸ਼ਾਹ ਕਹਿਣ ਲੱਗਾ ਵੀ ਜਾਓ, ਜੇ ਇਹਦਾ ਬੱਚਾ ਜਿਉਂਦਾ ਹੈ ਉਹਨੂੰ ਪੁੱਛੋ ਵੀ ਤੂੰ ਸਿੱਖ ਨਹੀਂ। ਉਹ ਕਵੇ ਜੇ ਉਹ ਕਹਿ ਦੇਵੇ ਵੀ ਮੈਂ ਸਿੱਖ ਨਹੀਂ ਤਾਂ ਉਹਨੂੰ ਛੱਡ ਦਿਓ। ਕਹਿੰਦੇ ਜਦੋਂ ਉਹ ਆਰਡਰ ਬਾਦਸ਼ਾਹ ਦਾ ਕਤਲਗਾਹ ਵਿੱਚ ਪਹੁੰਚਿਆ, ਖਾਫੀ ਖਾਨ ਲਿਖਦਾ ਹੈ ਕਿ ਉਸ ਵੇਲੇ ਉਹ ਬੱਚਾ
ਐਨ ਮੁੱਢੀ ਦੇ ਉੱਤੇ ਸਿਰ ਧਰ ਕੇ ਸਿਰ ਦੇਣ ਲੱਗਾ ਸੀ ਤੇ ਜਲਾਦ ਟੋਕਾ ਮਾਰਨ ਦੀ ਤਿਆਰੀ ਕਰ ਰਿਹਾ ਸੀ। ਤੇ ਉਸ ਵੇਲੇ ਉਹਦੀ ਮਾਂ ਦਾ ਤੇ ਉਹ ਜਿਹੜੇ ਨਾਲ ਹੁਕਮਨਾਮਾ ਲੈ ਕੇ ਆਏ ਸੀ ਉਹ ਪਹੁੰਚ ਗਏ। ਉਹਨਾਂ ਨੇ ਜਲਾਦਾਂ ਨੂੰ ਰੋਕ ਦਿੱਤਾ ਤੇ ਜਿਹੜੇ ਬੰਦੇ ਆਏ ਸੀ ਉਹਨਾਂ ਨੇ ਪੁੱਛਿਆ ਵੀ ਬਾਦਸ਼ਾਹ ਕਹਿੰਦਾ ਕਾਕਾ ਤੂੰ ਸਿੱਖ ਹੈ ਕਿ ਜੇ ਤੂੰ ਸਿੱਖ ਨਹੀਂ ਹੈ ਤੈਨੂੰ ਛੱਡ ਦਿਆਂਗੇ, ਤੇਰੀ ਮਾਂ ਨੇ ਆਰਡਰ ਲੈਣ ਦਾ। ਉਹ ਕਹਿੰਦਾ ਮੇਰੀ ਮਾਂ ਝੂਠ ਬੋਲਦੀ ਹੈ, ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ ਤੇ ਸਿੱਖ ਹੀ ਰਵਾਂਗਾ। ਮੇਰੇ ਭਰਾ ਸ਼ਹੀਦੀਆਂ ਪਾ ਕੇ ਸੱਚਖੰਡ ਜਾ ਰਹੇ ਆ ਤੇ ਮੈਂ ਇਹਨਾਂ ਦੇ ਨਾਲ ਹੀ ਜਾਣਾ ਹੈ। ਕਹਿੰਦੇ ਬਾਦਸ਼ਾਹ ਦੇ ਕੋਲ ਇਹ ਗੱਲ ਪਹੁੰਚੀ ਕਿ ਉਹ ਬੱਚਾ ਆਪਣੇ ਆਪ ਨੂੰ ਸਿੱਖ ਕਹਿੰਦਾ ਹੈ। ਕਹਿੰਦੇ ਬਾਦਸ਼ਾਹ ਨੇ ਉਹਨੂੰ ਇੱਕ ਜਗ੍ਹਾ ਤੇ ਲਿਖਿਆ ਵੀ ਉਹਨੂੰ ਕਿਹਾ ਵੀ ਛੱਡ ਦਿੱਤਾ ਜਾਵੇ ਤੇ ਕਈ ਕਹਿੰਦੇ ਆ ਵੀ ਉਹਨੂੰ ਸ਼ਹੀਦ ਕਰ ਦਿੱਤਾ ਗਿਆ। ਇਹ ਵੱਖਰੀਆਂ ਵੱਖਰੀਆਂ ਦੋ ਜਗ੍ਹਾ ਤੇ ਰਾਵਾਂ ਮਿਲਦੀਆਂ। ਇਸੇ ਤਰ੍ਹਾਂ ਹੋਰ ਬੜੇ ਪ੍ਰਸੰਗ ਦਿੱਲੀ ਦੇ ਸਿੰਘਾਂ ਦੇ ਸ਼ਹੀਦਾਂ ਦੇ ਮਿਲਦੇ ਜਿਨ੍ਹਾਂ ਨੇ ਹੱਸ ਹੱਸ ਕੇ ਸ਼ਹੀਦੀਆਂ ਪਾਈਆਂ। ਔਰ ਉਸ ਵੇਲੇ ਸਿੰਘਾਂ ਨੇ ਜਲਾਦਾਂ ਦੇ ਵਾਸਤੇ ਸ਼ਬਦ ਵਰਤਿਆ ਮੁਕਤੀ ਦਾਤਾ, ਕਿ ਹੇ ਮੁਕਤੀ ਦਾਤਾ ਪਹਿਲਾਂ ਮੈਨੂੰ ਮੁਕਤੀ ਦੇ। ਅੱਗੇ ਹੋ ਕੇ ਸ਼ਹੀਦੀਆਂ ਪਾਉਂਦੇ ਸਨ, ਆਪਣੇ ਸੀਸ ਦਿੰਦੇ ਸਨ ਬਾਣੀ ਪੜ੍ਹਦੇ ਹੋਏ। ਬਾਬੇ ਬੰਦੇ ਬਹਾਦਰ ਨੂੰ ਵੀ ਬੜੇ ਭਾਰੀ ਤਸੀਹੇ ਦਿੱਤੇ ਗਏ ਤੇ ਉਹਨਾਂ ਨੂੰ ਬਖਤਿਆਰ ਕਾਕੀ ਦੀ ਦਰਗਾਹ ਦੇ ਕੋਲ ਜੋ ਦਿੱਲੀ ਦੇ ਵਿੱਚ ਹੈ ਉੱਥੇ ਸ਼ਹੀਦ ਕੀਤਾ ਗਿਆ। ਪਰ ਪਹਿਲਾਂ ਉਹਨਾਂ ਨੂੰ ਸਾਰੇ ਸ਼ਹਿਰ ਦੇ ਵਿੱਚ ਘੜੀਸਿਆ ਵੀ ਗਿਆ, ਹਾਥੀ ਤੇ ਬੰਨ੍ਹ ਕੇ ਪਹਿਲਾਂ ਉਹਨਾਂ ਦਾ ਸਾਰੇ ਸ਼ਹਿਰ ਵਿੱਚ ਸ਼ੋਅ ਕੀਤਾ ਵੀ ਇਹ ਬੰਦਾ ਹੈ ਜਿਸ ਨੇ ਸਾਨੂੰ ਵਕਤ ਪਾ ਕੇ ਰੱਖਿਆ। ਬਹੁਤ ਜ਼ਿਆਦਾ ਤਸੀਹੇ। ਇੱਥੇ ਉਹ ਕਾਜੀ ਕਹਿ ਰਿਹਾ ਵੀ ਜਿਵੇਂ ਮੇਰੇ ਭਰਾ ਨੂੰ ਘੜੀਸਿਆ ਸੀ ਇਦਾਂ ਇਹਨੂੰ ਘੜੀਸੋ ਹਾਥੀ ਦੇ ਜਾਂ ਪੈਰ ਘੋੜੇ ਦੇ ਪੈਰ ਨਾਲ ਬੰਨ੍ਹ ਕੇ। ਹਾਂਜੀ, ਮਗਰ ਘੋੜੇ ਵੈ ਦਇਓ ਕਿਸ ਢਾਏ, ਘੋੜੇ ਦੇ ਮਗਰ ਪੈ ਪਾ ਕੇ ਘਸੀਟਿਆ ਹੈ। ਕਹੈ ਬੰਦਾ ਜਿਉ ਕੋ ਕਰੂਗ, ਕਹਿੰਦੇ ਇਹ ਉਹ ਕਹਿੰਦੇ ਸਨ ਵੀ ਜਿਹੜਾ ਬੰਦੇ ਦੀ ਤਰ੍ਹਾਂ ਹੁਣ ਸਰਕਾਰ ਦੇ ਖਿਲਾਫ ਬਗਾਵਤ ਕਰੇਗਾ, ਵਾਂਗ ਬੰਦਾ ਦੇ ਸੋ ਫਿਰ ਭਰੂਗ, ਉਹਨੂੰ ਇਦਾਂ ਹੀ ਅਸੀਂ ਘੜੀਸਾਂਗੇ। ਇਹ ਡੋਂਡੀ ਪਿੱਟੀ ਜਾ ਰਹੀ ਸੀ ਵੀ ਹਿੰਦੁਸਤਾਨ ਵਿੱਚ ਹੁਣ ਕੋਈ ਵੀ ਬੰਦਾ ਕੋਈ ਵੀ ਇਨਸਾਨ ਬੰਦੇ ਬਹਾਦਰ ਦੀ ਤਰ੍ਹਾਂ ਦਿੱਲੀ ਦਰਬਾਰ ਦੇ ਖਿਲਾਫ ਬਗਾਵਤ ਨਹੀਂ ਕਰੇਗਾ। ਇਮ ਕਹਿ ਬੰਦੋ ਦਇਓ ਮਰਵਾਏ, ਇਹ ਤਾਂ ਕਹਿ ਕੇ ਬੰਦੇ ਨੂੰ ਸ਼ਹੀਦ ਕਰਵਾਇਆ। ਸਾਧ ਸੰਗਤ ਜੀ, ਜਦੋਂ ਬਖਤਿਆਰ ਕਾਕੀ ਦੀ ਦਰਗਾਹ ਦੇ ਕੋਲ ਉੱਥੇ ਉਹ ਦਰਵਾਜ਼ਾ ਅੱਜ ਵੀ ਮੌਜੂਦ ਹੈ ਜਿੱਥੇ ਬਾਬੇ ਜੀ ਨੂੰ ਜਾ ਕੇ ਬਿਠਾਇਆ ਤੇ ਕਹਿੰਦੇ ਜਲਾਦ ਨੇ ਬਾਬਾ ਜੀ ਨੂੰ ਕਿਹਾ ਵੀ ਕਾਜੀ ਦਾ ਹੁਕਮ ਸੀ ਕਿ ਇਹਦੇ ਬੱਚੇ ਦਾ ਦਿਲ ਕੱਢ ਕੇ ਇਹਦੇ ਮੂੰਹ 'ਚ ਪਾਇਆ ਜਾਵੇ। 4 ਸਾਲ ਦਾ ਬੱਚਾ ਸੀ ਅਜੈ ਸਿੰਘ, ਬਾਬੇ ਬੰਦੇ ਬਹਾਦਰ ਦਾ ਲੜਕਾ ਵੱਡਾ। 2 ਬੱਚੇ ਹੋਏ ਬਾਬਾ ਜੀ ਦੇ, ਅਜੈ ਸਿੰਘ ਤੇ ਰਣਜੀਤ ਸਿੰਘ। ਰਣਜੀਤ ਸਿੰਘ ਦੀ ਔਲਾਦ ਹੁਣ ਵੀ ਹੈ ਜਿਹੜੇ ਉਹਨਾਂ ਦਾ ਪਰਿਵਾਰ ਚੱਲਿਆ ਹੁੰਦਾ। ਅਜੈ ਸਿੰਘ ਜਿਹੜਾ ਸੀ ਉਹ 4 ਸਾਲ ਦਾ ਸੀ। ਉਹਨੂੰ ਸਾਹਮਣੇ ਪਾ ਕੇ ਕਿਹਾ ਵੀ ਇਹਦਾ ਦਿਲ ਤੂੰ ਆਪ ਕੱਢ। ਬੰਦੇ ਨੇ ਆਖਿਆ ਮੈਂ ਤਾਂ ਕਦੀ ਦੁਸ਼ਮਣ ਦੇ ਬੱਚੇ ਤੇ ਵੀ ਵਾਰ ਨਹੀਂ ਕੀਤਾ, ਆਪਣੇ ਬੱਚੇ ਤੇ ਕਿਵੇਂ ਕਰਾਂ, ਇਹ ਕੰਮ ਨਹੀਂ ਮੈਂ ਕਰਾਂਗਾ। ਜਲਾਦ ਨੇ ਜਿਉਂਦੇ ਬੱਚੇ ਦਾ ਕਾਲਜਾ ਕੱਢ ਕੇ ਮੂੰਹ ਦੇ ਵਿੱਚ ਪਾਇਆ ਬਾਬੇ ਬੰਦੇ ਬਹਾਦਰ ਦੇ, ਪਰ ਉਦਾਂ ਹੀ ਅਡੋਲ ਸ਼ਾਂਤ ਬੈਠਾ ਰਿਹਾ। ਅੱਖਾਂ ਕੱਢੀਆਂ ਹੋਈਆਂ ਸਨ, ਹੱਥ ਵੱਢਿਆ, ਪੈਰ ਵੱਢਿਆ, ਸਰੀਰ ਦੇ ਟੋਟੇ ਟੋਟੇ ਜਮੂਰਾਂ ਨਾਲ ਮਾਸ ਤੋੜਿਆ। ਜਿੰਨਾ ਕੋ ਦੁੱਖ ਦੇ ਸਕਦੇ ਸਨ ਉਹ ਬਾਬਾ ਜੀ ਨੂੰ ਦੇ ਦੇ ਕੇ ਦਿੱਲੀ ਬਖਤਿਆਰ ਕਾਕੀ ਦੀ ਦਰਗਾਹ ਹੈ ਜਿੱਥੇ ਫਰੀਦ ਜੀ ਦੇ ਉਹ ਗੁਰੂ ਹੋਏ ਨੇ, ਉਸ ਤੋਂ ਕੋਈ 5-4 ਕਿੱਲੇ ਹਟ ਕੇ ਹੈ। ਔਰ ਜਿਹੜਾ ਕੁਤੁਬ ਮੀਨਾਰ ਹੈ ਇਹਦੇ ਤੋਂ ਸਿਰਫ 1 ਕਿਲੋਮੀਟਰ ਹੈ। ਦਾਸ ਨੇ ਉਹ ਜਗ੍ਹਾ ਤੇ ਦਰਸ਼ਨ ਕੀਤੇ। ਹੁਣ ਤਾਂ ਮਹਾਂਪੁਰਸ਼ਾਂ ਨੇ, ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਨੇ ਉੱਥੇ ਗੁਰਦੁਆਰਾ ਵੀ ਬੜਾ ਸੁੰਦਰ ਬਣਾ ਦਿੱਤਾ। ਪਹਿਲਾਂ ਗੁਰਦੁਆਰਾ ਨਹੀਂ ਸੀ, ਉਹ ਦਰਵਾਜ਼ਾ ਹੀ ਹੁੰਦਾ ਸੀ। ਸਿੰਘ ਜਾਇਆ ਕਰਦੇ ਸੀ ਉੱਥੇ, ਯਾਦਗਾਰ ਵੇਖ ਕੇ ਆ ਜਾਂਦੇ ਸੀ ਵੀ ਇਹ ਬੰਦੇ ਬਹਾਦਰ ਦੀ ਸ਼ਹੀਦੀ ਜਗ੍ਹਾ ਹੈ। ਸੋ ਉੱਥੇ ਬੰਦੇ ਨੂੰ ਮਰਵਾ ਦਿੱਤਾ, ਸ਼ਹੀਦ ਕਰਵਾ ਦਿੱਤਾ। ਜਿਮ ਜਿਮ ਸੁਣਿਓ ਸੋ ਧਰਿਓ ਲਿਖਾਏ, ਕਹਿੰਦੇ ਜੋ ਜੋ ਅਸੀਂ ਪਿੱਛੇ ਸੁਣਿਆ ਹੈ ਉਹ ਪੰਥ ਪ੍ਰਕਾਸ਼ ਵਿੱਚ ਲਿਖ ਦਿੱਤਾ ਹੈ, ਪਰ ਇਹਦੇ ਨਾਲ ਸਾਰੇ ਲੋਕ ਸਹਿਮਤ ਨਹੀਂ ਵੀ ਬੰਦਾ ਉੱਥੇ ਸ਼ਹੀਦ ਹੋਇਆ ਸੀ। ਕੋ ਕਹੈ ਬੰਦੋ ਨਹਿ ਮੋਇਓ, ਬਹੁਤੇ ਲੋਕ ਖਾਸ ਕਰਕੇ ਬੰਦਈ ਖਾਲਸਾ ਜਿਹੜੇ ਬੰਦੇ ਬਹਾਦਰ ਨੂੰ ਮੰਨਦੇ ਨੇ ਉਹ ਇਹ ਕਹਿੰਦੇ ਆ ਵੀ ਬੰਦਾ ਦਿੱਲੀ 'ਚ ਸ਼ਹੀਦ ਨਹੀਂ ਸੀ ਹੋਇਆ। ਭਈ ਨਾ ਮੜੀ ਸੋਊ ਉੱਡ ਗਇਓ, ਉਹ ਕਹਿੰਦੇ ਸੀ ਵੀ ਉਹ ਉੱਡ ਗਿਆ ਸੀਗਾ। ਇਹ ਬੰਦਈਆਂ ਦੀ ਤਾਂ ਥਿਉਰੀ ਹੁਣ ਤੱਕ ਚੱਲੀ ਆਉਂਦੀ ਹੈ। ਇਹ ਬਹੁਤ ਸਾਰੇ ਲੋਕਾਂ ਨਾਲ ਐਸਾ ਹੁੰਦਾ ਰਿਹਾ। ਜਿਵੇਂ ਆਲਾ ਉਦਲ ਰਾਜਸਥਾਨ ਦੇ ਹੋਏ ਨੇ ਬੜੇ ਯੋਧੇ। ਅਕਬਰ ਦੇ ਸਮੇਂ ਜੰਗ ਹੋਇਆ ਸੀ,
ਪਰ ਅਜੇ ਤੱਕ ਰਾਜਸਥਾਨ ਦੇ ਵਿੱਚ ਗੱਲ ਚਲੀ ਆਉਂਦੀ ਆ ਵੀ ਉਹ ਮਰੇ ਨਹੀਂ ਸੀ, ਜਿਉਂਦੇ ਹੈ। ਉਸ ਤੋਂ ਬਾਅਦ ਬੰਦੇ ਬਹਾਦਰ ਬਾਰੇ ਵੀ ਇਦਾਂ ਦੀ ਗੱਲ ਆਈ ਵੀ ਉਹ ਮਰਿਆ ਨਹੀਂ, ਜਿਉਂਦਾ ਹੈ। ਤੇ ਬੰਦਈਆਂ ਦੀ ਜਿਹੜੀ ਥਿਊਰੀ ਹੈ ਉਹ ਇਹ ਕਹਿੰਦੇ ਹੈ ਵੀ ਬੰਦਾ ਦਿੱਲੀ 'ਚ ਮਰਿਆ ਨਹੀਂ, ਸ਼ਹੀਦ ਨਹੀਂ ਹੋਇਆ। ਉਹ ਕਹਿੰਦੇ ਬਾਬਾ ਬੰਦਾ ਸਿੰਘ ਜੀ ਨੂੰ ਜਦੋਂ ਹਾਥੀ ਦੇ ਪੈਰ ਨਾਲ ਉਹਨਾਂ ਦਾ ਸਰੀਰ ਤੋੜ ਦਿੱਤਾ ਗਿਆ, ਹੱਡੀਆਂ ਹੀ ਉਹਨਾਂ ਦੀਆਂ ਸਾਰੀਆਂ ਚੂਰ ਕਰ ਦਿੱਤੀਆਂ ਗਈਆਂ, ਪਰ ਉਹਨਾਂ ਨੇ ਆਪਣੇ ਪੁਰਾਣ ਜਿਹੜੇ ਸੀ ਉਹ 10ਵੇਂ ਦੁਆਰ ਚੜਾ ਲਏ ਸਨ। ਯੋਗਾ ਵਿਦਿਆ ਦੇ ਉਹ ਬਹੁਤ ਮਾਹਰ ਸਨ। ਤੇ ਜਮਨਾ ਦੇ ਕੰਢੇ ਉਹਨਾਂ ਦੀ ਜਿਹੜੀ ਸਰੀਰ ਸੀਗਾ, ਹੱਡੀਆਂ ਸੀ, ਉਹ ਸਿੱਟ ਦਿੱਤੀਆਂ ਗਈਆਂ। ਤੇ ਉਸ ਵੇਲੇ ਅਮਰ ਸਿੰਘ ਖੇਮ ਕਰਨ ਵਾਲਾ ਜਿਹੜਾ ਬੰਦਈਆਂ ਦਾ ਬਾਅਦ ਚ ਮਹੰਤ ਬਣਿਆ, ਸ੍ਰੀ ਅਕਾਲ ਤਖਤ ਸਾਹਿਬ ਤੇ ਤਤ ਖਾਲਸੇ ਦੇ ਹੱਥੋਂ ਮਰਿਆ, ਅਮਰ ਸਿੰਘ ਖੇਮ ਕਰਨ ਵਾਲਾ ਤੇ ਉਹਦੇ ਨਾਲ ਦੇ ਕੁਝ ਸਿੰਘ ਉਹ ਗੁਪਤ ਰੂਪ 'ਚ ਜਾ ਕੇ ਬੰਦੇ ਦਾ ਸਰੀਰ ਚੁੱਕ ਲਿਆਏ। ਤੇ ਜਿਹੜਾ ਜਾਨਕੀ ਪ੍ਰਸਾਦ ਬੰਦੇ ਦਾ ਪਹਿਲਾ ਗੁਰੂ ਸੀਗਾ, ਜਿਹਦੇ ਕੋਲੋਂ ਬੰਦੇ ਨੇ ਯੋਗ ਵਿਦਿਆ ਦੇ ਬਹੁਤ ਗੁਰ ਸਿੱਖੇ ਸਨ, ਉਹਦੇ ਕੋਲ ਲੈ ਗਏ। ਉਹ ਜਾਨਕੀ ਪ੍ਰਸਾਦ ਨੇ ਉਹਦਾ ਇਲਾਜ ਵੀ ਕੀਤਾ ਤੇ ਉਹਦੇ ਸਵਾਸ ਉਤਾਰ ਕੇ ਸਰੀਰ ਦੇ ਵਿੱਚ ਉਹਦੀ ਚੇਤਨਾ ਲਿਆਂਦੀ ਤੇ ਬੰਦਾ ਠੀਕ ਹੋ ਗਿਆ। ਤੇ ਉਹ ਫਿਰ ਪਹਾੜਾਂ ਦੇ ਇਲਾਕੇ, ਪੁੰਛ ਦੇ ਇਲਾਕੇ, ਜੰਮੂ ਕਸ਼ਮੀਰ ਦੇ ਇਲਾਕੇ ਚਲਾ ਗਿਆ, ਉਧਰ ਵਿਚਰਦਾ ਰਿਹਾ। ਪਰ ਇਹ ਗੱਲ ਜਿਹੜੀ ਹੈ ਇਹ ਬੰਦਈਆਂ ਦੀ ਹੈ, ਉਹਨਾਂ ਦੇ ਨਿੱਜੀ ਰਾਏ ਹੈ ਉਹਨਾਂ ਦੀ। ਜਿਹੜਾ ਜ਼ਿਆਦਾ ਇਤਿਹਾਸ ਹੈ ਉਹ ਇਹੀ ਕਹਿੰਦਾ ਵੀ ਬੰਦਾ ਦਿੱਲੀ ਦੇ ਵਿੱਚ ਸ਼ਹੀਦ ਹੋ ਗਿਆ ਸੀ। ਹਾਂਜੀ, ਹਮਰਾ ਦਿਲ ਜਿਹ ਬਾਤ ਨਾ ਆਈ। ਇਹ ਗੱਲ ਮੈਨੂੰ ਨਹੀਂ ਸਮਝ ਆਉਂਦੀ। ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਇਹ ਗੱਲ ਨਾਲ ਸਹਿਮਤ ਨਹੀਂ ਹਾਂ ਵੀ ਉਹ ਜਿਉਂਦਾ ਹੈ। ਉਹ ਤੋ ਜੀਵਤ ਤਉ ਦੇਤ ਦਿਖਾਈ। ਜੇ ਉਹ ਜਿਉਂਦਾ ਹੁੰਦਾ ਤੇ ਇੰਨੇ ਸਾਲ ਲੁਕਣ ਵਾਲਾ ਨਹੀਂ ਸੀ, ਉਹ ਦਰਸ਼ਨ ਜ਼ਰੂਰ ਦਿੰਦਾ, ਉਹ ਪ੍ਰਗਟ ਹੁੰਦਾ। ਉਹ ਭਾਵੇਂ ਬੰਦਈਆਂ ਦੇ ਕੋਲ ਜਾਂਦਾ, ਭਾਵੇਂ ਤਤ ਖਾਲਸੇ ਨਾਲ ਸੁਲ੍ਹਾ ਕਰਦਾ, ਉਹ ਦਿੱਲੀ ਦਰਬਾਰ ਨੂੰ ਵਕਤ ਜ਼ਰੂਰ ਪਾ ਦਿੰਦਾ, ਪਰ ਉਹ ਬੰਦਾ ਤਾਂ ਭਾਈ ਸ਼ਹੀਦ ਹੋ ਗਿਆ ਦਿੱਲੀ ਦੇ ਵਿੱਚ। ਮਗਰ ਸਿੱਖ ਸਭ ਦੀਨੇ ਮਾਰ। ਜਿੰਨੇ ਕੁ ਸਿੱਖ ਬੰਦਈ ਖਾਲਸੇ ਦੇ ਸੀ ਉਹ ਤੁਰਕਾਂ ਨੇ ਪਿੱਛੋਂ ਮਾਰ ਦਿੱਤੇ। ਬਹੁਤ ਨੁਕਸਾਨ ਪਹਿਲਾਂ ਬੰਦਈਆਂ ਦਾ ਹੋਇਆ ਤੇ ਬੰਦਈ ਦਿੱਲੀ 'ਚ ਤਾਂ ਸਾਰੇ ਹੀ ਮਾਰੇ ਗਏ। ਤਤ ਖਾਲਸੇ ਵਾਲੇ ਥੋੜੇ ਸਾਈਡ ਤੇ ਰਹੇ ਉਦੋਂ, ਕਿਉਂਕਿ ਸਰਕਾਰ ਨੂੰ ਇਹ ਸੀ ਵੀ ਜੇ ਅਸੀਂ ਦੋਵਾਂ ਨੂੰ ਇੱਕੋ ਵਾਰੀ ਛੇੜਾਂਗੇ ਤੇ ਫੇਰ ਮੁਸੀਬਤ ਪੈ ਜਾਏਗੀ। ਉਹਨਾਂ ਨੇ ਬੰਦਈਆਂ ਨੂੰ ਪਹਿਲਾਂ ਖਤਮ ਕੀਤਾ। ਘਸੀਟ ਕੂਟ ਆਓ ਕਰਕੇ ਖੁਆਰ। ਬੜਾ ਘਸੀਟ ਕੇ ਬੰਦਈਆਂ ਨੂੰ ਸ਼ਹੀਦ ਕੀਤਾ ਗਿਆ। ਬੰਦਈ ਸਿੱਖ ਬਹੁਤ ਦਿੱਲੀ 'ਚ ਮਾਰੇ ਗਏ। ਬਾਜ ਸਿੰਘ ਭਲੀ ਨਿਬਾਹੀ। ਬਾਬਾ ਬਾਜ ਸਿੰਘ ਜੀ ਬਲ ਪੱਟੀ ਵਾਲੇ, ਉਹਨਾਂ ਨੇ ਚੰਗੀ ਨਿਭਾਈ ਬੰਦੇ ਨਾਲ। 5 ਪਿਆਰੇ ਭੇਜੇ ਸੀ 10ਵੇਂ ਪਾਤਸ਼ਾਹ ਜੀ ਨੇ। ਬਾਜ ਸਿੰਘ, ਰਾਮ ਸਿੰਘ, ਰਣ ਸਿੰਘ, ਕਾਹਨ ਸਿੰਘ ਤੇ ਜਥੇਦਾਰ ਬਾਬਾ ਵਿਨੋਦ ਸਿੰਘ ਜੀ। ਬਾਜ ਸਿੰਘ ਜਿਹੜਾ ਸੀ ਇਹ ਬੰਦੇ ਦੇ ਨਾਲ ਰਿਹਾ। ਕਾਹਨ ਸਿੰਘ ਗ੍ਰਿਫਤਾਰ ਜ਼ਰੂਰ ਹੋ ਕੇ ਗਏ ਦਿੱਲੀ, ਪਰ ਉਹ ਸਿੰਘਾਂ ਨੇ, ਦਿੱਲੀ ਦਿਆਂ ਨੇ ਉੱਥੇ ਕੋਈ ਹੋਰ ਬੰਦਾ ਛੱਡ ਕੇ ਕੈਦੀ ਤੇ ਉੱਥੋਂ ਉਹਨੂੰ ਕੱਢ ਕੇ ਲੈ ਆਂਦਾ। ਤੁਰਕਾਂ ਨੂੰ ਪਤਾ ਨਹੀਂ ਲੱਗਣ ਦਿੱਤਾ। ਬਾਬਾ ਵਿਨੋਦ ਸਿੰਘ ਜੀ ਪਹਿਲਾਂ ਹੀ ਵੱਖਰੇ ਹੋ ਕੇ ਖੰਡੂਰ ਸਾਹਿਬ ਚਲੇ ਗਏ ਸਨ। ਗੁਰੂ ਅੰਗਦ ਦੇਵ ਜੀ ਦੀ ਅੰਸ਼ ਬੰਸ ਵਿੱਚੋਂ ਸਨ। ਬਾਜ ਸਿੰਘ ਨੂੰ ਕਹਿੰਦੇ ਆ ਵੀ ਜਦੋਂ ਬਾਦਸ਼ਾਹ ਫਰਖਸ਼ੀਰ ਦੀ ਬੇਗਮ ਕਹਿਣ ਲੱਗੀ, ਕਹਿੰਦੀ ਆ ਵੀ ਜਿਹੜੇ ਬੰਦੇ ਬਹਾਦਰ ਨੂੰ ਕਹਿੰਦੇ ਆ ਵੀ ਫੜ ਕੇ ਲਿਆਂਦੇ, ਉਹਨੂੰ ਮੈਂ ਦੇਖਣਾ ਚਾਹੁੰਦੀ ਆ। ਕਹਿੰਦੇ ਬੜੀ, ਕਹਿੰਦੇ ਉਹਦੀ ਦਹਿਸ਼ਤ ਹੈ, ਬੜਾ ਉਹਦਾ ਪ੍ਰਤਾਪ ਹੈ। ਉਹ ਕਿੱਦਾਂ ਦਾ ਬੰਦਾ? ਫਰਖਸ਼ੀਰ ਨੇ ਆਪਣੇ ਵਜ਼ੀਰ ਨੂੰ ਕਿਹਾ ਵੀ ਬੇਗਮ ਸਾਹਿਬਾਂ ਬੰਦੇ ਨੂੰ ਵੇਖਣਾ ਚਾਹੁੰਦੀ ਹੈ ਤੇ ਉਹਦੇ ਸਾਥੀਆਂ ਨੂੰ ਦੇਖਣਾ ਚਾਹੁੰਦੀ ਹੈ, ਤੁਸੀਂ ਬੰਦੋਬਸਤ ਕਰਕੇ ਰੱਖੋ, ਮੈਂ ਤੇ ਬੇਗਮ ਆਵਾਂਗੇ। ਕਹਿੰਦੇ ਬਾਦਸ਼ਾਹ ਆਪਣੀ ਬੇਗਮ ਦੇ ਨਾਲ ਜਦੋਂ ਜਿਸ ਦਿਨ ਆਉਣਾ ਸੀ ਨਾ, ਜਿਹੜੀ ਕੋਤਵਾਲੀ 'ਚ ਬੰਦੇ ਨੂੰ ਬੰਦ ਕੀਤਾ, 5 ਸਿੰਘ ਬੰਦਾ ਬਹਾਦਰ, ਭਾਈ ਬਾਜ ਸਿੰਘ, 3 ਸਿੰਘ ਹੋਰ ਲੰਮੇ ਸੋਹਣੇ ਉੱਚੇ ਜਵਾਨ, ਉਹ ਛਾਂਟ ਕੇ ਉਹਨਾਂ ਨੇ ਉੱਥੇ ਖੜੇ ਕਰ ਦਿੱਤੇ। ਤੇ ਬੇਗਮ ਆਈ, ਬੰਦਾ ਬਹਾਦਰ ਖੜਾ ਸੀ, ਹੱਥ ਵਿੱਚ ਬੇੜੀਆਂ ਸੀ, ਪੈਰਾਂ ਹੱਥਾਂ ਹੱਥਕੜੀਆਂ, ਬੇੜੀਆਂ ਤੇ ਗਲ 'ਚ ਤੌਕ ਪਾਇਆ, ਲੋਹੇ 'ਚ ਬੰਨਿਆ ਪਿਆ ਸੀ ਸਾਰਾ ਸਰੀਰ, ਤੇ ਸਰੀਰ ਵੀ ਭੁੱਖ ਨਾਲ ਲਾਚਾਰ ਹੋਏ ਪਏ ਸਨ। ਬਾਜ ਸਿੰਘ ਵੀ ਨਾਲ ਸੱਜੇ ਪਾਸੇ ਖੜਾ ਸੀਗਾ। ਤੇ ਬਾਦਸ਼ਾਹ ਫਰਖਸ਼ੀਰ ਨੇ ਆਪਣੀ ਬੇਗਮ ਨੂੰ ਦਿਖਾਇਆ ਵੀ ਆਹ ਸਿੰਘ ਨੇ। ਉਹ ਤੇ ਪਹਿਲਾਂ ਡਰ ਗਈ ਵੇਖ ਕੇ ਵੀ ਏਡੇ ਏਡੇ ਜਵਾਨ ਨੇ, ਇਹੋ ਜਿਹੇ ਪ੍ਰਤਾਪੀ ਨੇ ਸਿੰਘਾਂ ਦੇ ਚਿਹਰੇ ਮੋਹਰੇ ਦੇਖ ਕੇ, ਪਰ ਬੰਨੇ ਹੋਏ ਸਨ। ਬੱਝੇ ਹੋਏ ਸ਼ੇਰ ਨੂੰ ਸਾਰੇ ਹੀ ਛੇੜ ਲੈਂਦੇ ਆ। ਉਹ ਬੱਝੇ ਹੋਏ ਸ਼ੇਰਾਂ ਨੂੰ ਬਾਦਸ਼ਾਹ ਬੋਲਿਆ ਬੰਦੇ ਨੂੰ
ਕਹਿਣ ਲੱਗਾ, ਬੰਦਿਆ ਸੁਣਿਆ ਤੂੰ ਉੱਡ ਜਾਂਦਾ ਸੀ, ਸੁਣਿਆ ਤੇਰੇ ਕੋਲ ਬੜੇ ਬੜੇ ਉੱਡਣੇ ਬਾਜ ਸੀਗੇ, ਬਾਜ ਸਿੰਘ ਦਾ ਨਾਂ ਲੈ ਕੇ, ਸੁਣਿਆ ਤੇਰੇ ਕੋਲ ਬੜੇ ਬੜੇ ਸ਼ੇਰ ਸੀਗੇ, ਕਿੱਥੇ ਚਲੇ ਗਏ ਹੋ, ਕੀ ਬਣਿਆ ਤੇਰਾ? ਕਹਿੰਦੇ ਭਾਈ ਬਾਜ ਸਿੰਘ ਇਦਾਂ ਖੜੇ ਨੇ, ਗੁਰੂ ਕਲਗੀਧਰ ਪਾਤਸ਼ਾਹ ਦਾ ਨਾਂ ਲੈ ਕੇ ਝਟਕਾ ਮਾਰਿਆ, ਹੱਥ ਕੜੀ ਟੁੱਟ ਗਈ, ਬੇੜੀ ਟੁੱਟ ਗਈ, ਤੇ ਬਾਦਸ਼ਾਹ ਦੇ ਅੰਗ ਰੱਖਕ ਦੇ ਹੱਥੋਂ ਤਲਵਾਰ ਇਦਾਂ ਉਹਦੇ ਗਾਤਰੇ ਚੋਂ ਖਿੱਚ ਕੇ ਤੇ ਫਟਾਫਟ ਇੰਨੀ ਫੁਰਤੀ ਨਾਲ ਵਾਹੀ ਕਿ 3-4 ਸਿਪਾਹੀ ਝਟਕ ਦਿੱਤੇ। ਬੋਲੇ ਸੋ ਨਿਹਾਲ। ਜਦੋਂ ਬਾਜ ਸਿੰਘ ਨੇ 3-4 ਸਿਪਾਹੀ ਝਟਕੇ, ਬਾਦਸ਼ਾਹ ਮਾਰ ਕੇ ਛਾਲ ਬੜੀ ਦੂਰ ਪਿਛਾਂ ਡਿੱਗਾ, ਉਹਦੀ ਜਾਨ ਬਚਾਉਣ ਦਾ ਉਹਦੇ ਅੰਗ ਰੱਖਿਆ, ਉਹਦੇ ਅੱਗੇ ਪਿੱਛੇ ਹੋ ਗਏ ਵੀ ਇਹਨੂੰ ਨਾ ਮਾਰ ਦਵੇ। ਬੇਗਮ ਵੀ ਘਬਰਾ ਗਈ, ਬੇਹੋਸ਼ੀ ਹੋ ਗਈ, ਬੇਗਮ ਨੂੰ ਤਾਂ ਚੁੱਕ ਕੇ ਲੈ ਗਏ। ਫਿਰ ਉਸ ਵੇਲੇ ਬਾਜ ਸਿੰਘ ਨੂੰ ਉਹਨਾਂ ਸਿਪਾਹੀਆਂ ਨੇ, ਕਿਉਂਕਿ ਉਹ ਫੜਿਆ ਤਾਂ ਜਾ ਨਹੀਂ ਸੀ ਸਕਦਾ, ਉਹਦੇ ਹੱਥ ਤਲਵਾਰ ਸੀਗੀ, ਉਹਨਾਂ ਨੇ ਫਿਰ ਉਹਨੂੰ ਸ਼ਹੀਦ ਕਰ ਦਿੱਤਾ, ਮਾਰ ਦਿੱਤਾ ਬੰਦੇ ਦੇ ਸਾਹਮਣੇ ਹੀ। ਬਾਜ ਸਿੰਘ ਉਹਨਾਂ ਨਾਲ ਲੜ ਕੇ ਸ਼ਹੀਦ ਹੋ ਗਿਆ ਜੇਲ੍ਹ ਦੇ ਵਿੱਚ। ਸੋ ਖਾਲਸਾ ਜੀ, ਬਾਜ ਸਿੰਘ ਨੇ ਭਲੀ ਨਿਭਾਈ, ਮੂਏ ਬੰਦੇ ਸੰਗ ਚਾਉ ਚਾਈ ਸ਼ਹੀਦੀ ਪਾਈ ਬਾਜ ਸਿੰਘ ਨੇ। ਆਲੀ ਸਿੰਘ ਨੇ ਉਸ ਲੋਧੀ ਵਾਲੇ। ਭਾਈ ਆਲੀ ਸਿੰਘ ਤੇ ਮਾਲੀ ਸਿੰਘ ਜਿਹੜੇ ਪਹਿਲਾਂ ਸੂਬੇ ਸਰਹੰਦ ਕੋਲ ਨੌਕਰੀ ਕਰਿਆ ਕਰਦੇ ਸੀਗੇ, ਜਿਹਨੂੰ ਸੂਬੇ ਨੇ ਮਿਹਣਾ ਮਾਰਿਆ ਸੀ ਵੀ ਤੁਹਾਡਾ ਇੱਕ ਨਵਾਂ ਗੁਰੂ ਆ ਗਿਆ, ਤੇ ਉਹ ਬੰਦੇ ਬਹਾਦਰ ਨਾਲ ਰਲ ਗਏ ਸੀ, ਤੇ ਉਹ ਆਲੀ ਸਿੰਘ ਮਾਲੀ ਸਿੰਘ ਵੀ ਨਾਲ ਹੀ ਦਿੱਲੀ 'ਚ ਨਿਭ ਗਏ, ਸ਼ਹੀਦੀ ਪਾ ਕੇ ਬਾਬੇ ਬੰਦੇ ਦੇ ਨਾਲ। ਉਹ ਭੀ ਮੋਏ ਬੰਦਾ ਕੇ ਨਾਲੇ। ਸੋ ਇਸ ਤਰ੍ਹਾਂ ਭਾਈ ਆਲੀ ਸਿੰਘ, ਮਾਲੀ ਸਿੰਘ, ਬਾਜ ਸਿੰਘ ਵਰਗੇ ਮੁਖੀ ਸਿੰਘ ਦਿੱਲੀ ਸ਼ਹੀਦ ਹੋਏ ਨੇ। ਬਾਬਾ ਬੰਦਾ ਸਿੰਘ ਦੀ ਸ਼ਹੀਦੀ ਦਾ ਇਤਿਹਾਸ ਤਾਂ ਬੜਾ ਵੱਡਾ ਹੈ, ਉਹਨਾਂ ਦੀ ਗ੍ਰਿਫਤਾਰੀ ਦਾ, ਉਹਨਾਂ ਦਾ ਇਤਿਹਾਸ, ਪਰ ਮੈਨੂੰ ਹੁਕਮ ਹੈ ਵੀ ਸੰਖੇਪ ਵਿੱਚ ਆਪਾਂ 1 ਮਹੀਨੇ ਵਿੱਚ ਪੰਥ ਪ੍ਰਕਾਸ਼ ਦੇ ਵਿੱਚੋਂ ਚੋਣਵੀਆਂ ਲੜੀਆਂ, ਤਾਂ ਕਿ ਸਾਨੂੰ ਇੰਨਾ ਕੁ ਪਤਾ ਲੱਗ ਜਾਏ ਵੀ ਕਿਵੇਂ ਸਿੰਘ ਅੱਗੇ ਵੱਧਦੇ ਰਾਜੇ ਰਣਜੀਤ ਸਿੰਘ ਤੱਕ ਕਿਵੇਂ ਪਹੁੰਚੇ। ਫਿਰ ਕਦੀ ਸਮਾਂ ਬਣੇਗਾ ਤੇ ਫਿਰ ਹੋਰ ਵਿਸਥਾਰ ਨਾਲ ਵੀ ਕਰ ਲਵਾਂਗੇ। ਮੈਂ ਕਹਿੰਦਾ ਵੀ ਥੋੜੀ ਲਗਨ ਜੇ ਇਤਿਹਾਸ ਦੀ ਸਾਨੂੰ ਲੱਗ ਜੇ ਤੇ ਫਿਰ ਅੱਗੇ ਹੋਰ ਵੀ ਰਾਹ ਬਣ ਜਾਂਦਾ। ਜਿਹੜੀ ਗੱਲ ਸੁਣੀ ਨਾ ਹੋਵੇ ਉਹਦਾ ਵਿਸਥਾਰ ਸੁਣਨ ਨੂੰ ਵੀ ਜੀ ਨਹੀਂ ਕਰਦਾ। ਜੇ ਥੋੜੀ ਜੀ ਗੱਲ ਸੁਣੀਏ, ਕਿਸੇ ਦਾ ਨਾਂ ਸੁਣਿਆ ਹੋਵੇ ਨਾ, ਫਿਰ ਉਹਦੇ ਬਾਰੇ ਜਾਣਕਾਰੀ ਸੁਣਨ ਨੂੰ ਹੋਰ ਚਿੱਤ ਚਾਹੁੰਦਾ। ਇਸ ਤਰ੍ਹਾਂ ਰੁਚੀ ਬਣਦੀ ਹੈ ਇਤਿਹਾਸ ਦੀ ਖਾਲਸਾ ਜੀ। ਬਾਕੀ ਇਸ ਗ੍ਰੰਥ ਦਾ ਟੀਕਾ ਵੀ ਛਪਿਆ ਬਾਬਾ ਸੰਤਾ ਸਿੰਘ ਜੀ ਨੇ, ਇੱਥੇ ਲਾਇਬ੍ਰੇਰੀ ਦੇ ਵਿੱਚ ਮੌਜੂਦ ਹੈ, ਉੱਥੋਂ ਵੀ ਤੁਸੀਂ ਪੜ੍ਹ ਸਕਦੇ ਹੋ। ਇਹ ਤਾਂ ਕਵਿਤਾ ਵਿੱਚ ਔਖਾ ਹੈ, ਪਰ ਜੇ ਤੁਸੀਂ ਟੀਕਾ ਪੜ੍ਹੋਗੇ ਤੇ ਤੁਹਾਨੂੰ ਜਿਹੜਾ ਹੈ ਬਹੁਤ ਛੇਤੀ ਸਮਝ ਆਏਗੀ ਵੀ ਕਿੱਦਾਂ ਇਤਿਹਾਸ